आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 241 पूजा ਅਤੇ साधना विच अंतर प्रश्न काल ब्रह्म दी पूजा करनी चाहिदी है ਜਾਂ नहीं गीता विच प्रमाण दिखाओ उत्तर नहीं करनी चाहिदी है। ਪਹਿਲਾਂ ਆਪ ਜੀ ਨੂੰ ਪੂਜਾ ਅਤੇ ਸਾਧਨਾ ਦਾ ਭੇਦ ਦੱਸਦੇ ਹਾਂ। ਭਗਤੀ ਅਰਥਾਤ ਪੂਜਾ ਜਿਵੇਂ ਸਾਨੂੰ ਪਤਾ ਹੈ ਕਿ ਪ੍ਰਿਥਵੀ ਦੇ ਅੰਦਰ ਮਿੱਠਾ ਸ਼ੀਤਲ ਜਲ ਹੈ, ਉਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਦੇ ਲਈ ਬੋਕੀ ਦੇ ਦੁਆਰਾ ਜ਼ਮੀਨ ਵਿੱਚ ਸੁਰਾਖ ਕੀਤਾ ਜਾਂਦਾ ਹੈ। ਉਸ ਸੁਰਾਖ ਯਾਨੀ ਬੋਰ ਵਿੱਚ ਲੋਹੇ ਦੀ ਪਾਈਪ ਪਾਈ ਜਾਂਦੀ ਹੈ। ਫਿਰ ਹੈਂਡ ਪੰਪ ਯਾਨੀ ਨਲ ਦੀ ਮਸ਼ੀਨ ਲਗਾਈ ਜਾਂਦੀ ਹੈ। ਉਦੋਂ ਉਹ ਸ਼ੀਤਲ ਜੀਵਨਦਾਤਾ ਜਲ ਪ੍ਰਾਪਤ ਹੁੰਦਾ ਹੈ। ਸਾਡਾ ਪੂਜਣੀਏ ਜਲ ਹੈ, ਉਸ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਯੋਗ ਕੀਤੇ ਉਪਕਰਨ ਵਾਲੇ ਯਤਨ ਸਾਧਨਾ ਜਾਣੋ। ਜੇਕਰ ਅਸੀਂ ਉਪਕਰਨਾਂ ਦੀ ਪੂਜਾ ਵਿੱਚ ਲੱਗੇ ਰਹੇ ਤਾਂ ਜਲ ਪ੍ਰਾਪਤ ਨਹੀਂ ਕਰ ਸਕਦੇ। ਉਪਕਰਨਾਂ ਦੁਆਰਾ ਪੂਜਣੀਏ ਵਸਤੂ ਪ੍ਰਾਪਤ ਹੁੰਦੀ ਹੈ। ਹੋਰ ਉਦਾਹਰਨ ਜਿਵੇਂ ਪਤੀਵਰਤਾ ਇਸਤਰੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਤਿਕਾਰ ਕਰਦੀ ਹੈ। ਸੱਸ ਸਸੁਰ ਦਾ ਮਾਤਾ ਪਿਤਾ ਦੇ ਸਮਾਨ, ਨਨਦ ਦਾ ਛੋਟੀ ਵੱਡੀ ਭੈਣ ਦੇ ਸਮਾਨ, ਜੇਠ ਦੇਵਰ ਦਾ ਵੱਡੇ ਛੋਟੇ ਭਾਈ ਦੇ ਸਮਾਨ, ਦੇਵਰਾਨੀ ਜੇਠਾਨੀ ਦਾ ਵੱਡੀ ਛੋਟੀ ਭੈਣਾਂ ਦੇ ਸਮਾਨ। ਪਰੰਤੂ ਉਹ ਪੂਜਾ ਆਪਣੇ ਪਤੀ ਦੀ ਕਰਦੀ ਹੈ। ਜਦ ਉਹ ਅਲੱਗ ਹੁੰਦੇ ਹਨ ਤਾਂ ਆਪਣੇ ਹਿੱਸੇ ਸੀ ਸਾਰੀਆਂ ਵਸਤੂਆਂ ਚੁੱਕੇ ਆਪਣੇ ਪਤੀ ਵਾਲੇ ਮਕਾਨ ਵਿੱਚ ਲੈ ਜਾਂਦੀ ਹੈ। ਹੋਰ ਉਦਾਹਰਣ ਜਿਵੇਂ ਸਾਡੀ ਇੱਛਾ ਅੰਬ ਖਾਣ ਦੀ ਹੁੰਦੀ ਹੈ। ਸਾਡੇ ਲਈ ਅੰਬ ਦਾ ਫਲ ਪੂਜਾ ਹੈ। ਉਸ ਨੂੰ ਪ੍ਰਾਪਤ ਕਰਨ ਦੇ ਲਈ ਧਨ ਦੀ ਜ਼ਰੂਰਤ ਪੈਂਦੀ ਹੈ। ਧਨ ਸੰਗ੍ਰਹਿ ਕਰਨ ਦੇ ਲਈ ਮਜ਼ਦੂਰੀ, ਨੌਕਰੀ, ਖੇਤੀਬਾੜੀ ਕਰਨੀ ਪੈਂਦੀ ਹੈ। ਉਦੋਂ ਅੰਬ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਅੰਬ ਪੂਜਾ ਹੈ ਅਤੇ ਹੋਰ ਕਿਰਿਆ ਸਾਧਨਾ ਹੈ। ਸਾਦੀ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਸਾਧਨਾ ਕਰਨੀ ਪੈਂਦੀ ਹੈ। ਸਾਧਨਾ ਭਿੰਨ ਹੈ, ਪੂਜਾ ਅਰਥਾਤ ਭਗਤੀ ਭਿੰਨ ਹੈ। ਸਪਸ਼ਟ ਹੋਇਆ। ਪ੍ਰਸ਼ਨ ਚੱਲ ਰਿਹਾ ਹੈ ਕਿ ਬ੍ਰਹਮ ਦੀ ਪੂਜਾ ਕਰਨੀ ਚਾਹੀਦੀ ਹੈ। ਉੱਤਰ ਵਿੱਚ ਕਿਹਾ ਹੈ ਕਿ ਨਹੀਂ ਕਰਨੀ ਚਾਹੀਦੀ ਹੈ। ਹੁਣ ਭਗਵਤ ਗੀਤਾ ਵਿੱਚ ਪ੍ਰਮਾਣ ਦਿਖਾਉਂਦੇ ਹਾਂ। ਗੀਤਾ ਅਧਿਆਇ 7 ਸ਼ਲੋਕ 12 ਤੋਂ 15 ਵਿੱਚ ਤਾਂ ਗੀਤਾ ਗਿਆਨਦਾਤਾ ਨੇ ਦੱਸ ਦਿੱਤਾ ਕਿ ਤਿੰਨੋਂ ਗੁਣਾ ਯਾਨੀ ਰਜਗੁਣ ਸ੍ਰੀ ਬ੍ਰਹਮਾ ਜੀ, ਸਤਗੁਣ ਸ੍ਰੀ ਵਿਸ਼ਨੂੰ ਜੀ ਅਤੇ ਤਮਗੁਣ ਸ੍ਰੀ ਸ਼ਿਵ ਜੀ ਦੀ ਭਗਤੀ ਬੇਅਰਥ ਹੈ। ਫਿਰ ਗੀਤਾ ਅਧਿਆਇ 7 ਦੇ ਸ਼ਲੋਕ 16, 17 ਅਤੇ 18 ਵਿੱਚ ਗੀਤਾ ਗਿਆਨਦਾਤਾ ਬ੍ਰਹਮ ਨੇ ਆਪਣੀ ਭਗਤੀ ਤੋਂ ਹੋਣ ਵਾਲੀ ਗਤੀ ਅਰਥਾਤ ਮੋਕਸ਼ ਨੂੰ ਅਣਉੱਤਮ ਅਰਥਾਤ ਘਟੀਆ ਦੱਸਿਆ ਹੈ ਕਿ ਮੇਰੀ ਭਗਤੀ 4 ਪ੍ਰਕਾਰ ਦੇ ਵਿਅਕਤੀ ਕਰਦੇ ਹਨ। ਨੰਬਰ 1 ਅਰਥਾਰਥੀ, ਧਨ ਲਾਭ ਦੇ ਲਈ ਵੇਦਾਂ ਅਨੁਸਾਰ ਅਨੁਸ਼ਠਾਨ ਕਰਨ ਵਾਲੇ। ਨੰਬਰ 2 ਆਰਤ, ਸੰਕਟ ਨਿਵਾਰਨ ਦੇ ਲਈ ਵੇਦਾਂ ਅਨੁਸਾਰ ਅਨੁਸ਼ਠਾਨ ਕਰਨ ਵਾਲੇ। ਨੰਬਰ 3 ਜਗਿਆਸੂ, ਪਰਮਾਤਮਾ ਦੇ ਵਿਸ਼ੇ ਵਿੱਚ ਜਾਣਨ ਦੇ ਇਛੁਕ, ਗਿਆਨ ਗ੍ਰਹਿਣ ਕਰਕੇ ਸਵੈਮ ਵਕਤਾ ਬਣ ਜਾਣ ਵਾਲੇ। ਇਹਨਾਂ 3 ਪ੍ਰਕਾਰ ਦੇ ਬ੍ਰਹਮ ਪੂਜਾਰੀਆਂ ਨੂੰ ਬੇਅਰਥ ਦੱਸਿਆ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 242। नंबर 4 ਗਿਆਨੀ ਨੂੰ ਪਤਾ ਚੱਲਦਾ ਹੈ ਕਿ ਮਨੁੱਖ ਜਨਮ ਬਹੁਤ ਦੁਰਲੱਭ ਹੈ। ਮਨੁੱਖ ਜੀਵਨ ਪ੍ਰਾਪਤ ਕਰਕੇ ਆਤਮ ਕਲਿਆਣ ਕਰਵਾਉਣਾ ਚਾਹੀਦਾ ਹੈ। ਉਹਨਾਂ ਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਹੋਰ ਦੇਵਤਾਵਾਂ ਦੀ ਪੂਜਾ ਨਾਲ ਮੋਕਸ਼ ਲਾਭ ਹੋਣ ਵਾਲਾ ਨਹੀਂ ਹੈ। ਇਸ ਲਈ ਇੱਕ ਪਰਮਾਤਮਾ ਦੀ ਭਗਤੀ ਵਿਲੱਖਣ ਮਨ ਨਾਲ ਕਰਨ ਨਾਲ ਪੂਰਨ ਮੋਕਸ਼ ਸੰਭਵ ਹੈ। ਉਹਨਾਂ ਨੂੰ ਤਤਵਦਰਸ਼ੀ ਸੰਤ ਨਾ ਮਿਲਣ ਨਾਲ ਉਹਨਾਂ ਨੂੰ ਜਿਵੇਂ ਵੀ ਵੇਦਾਂ ਨੂੰ ਜਾਣਨਾ, ਉਸ ਹੀ ਆਧਾਰ ਉੱਤੇ ਬ੍ਰਹਮ ਨੂੰ ਇੱਕ ਸਮਰੱਥ ਪ੍ਰਭੂ ਮੰਨ ਕੇ ਯਜੁਰਵੇਦ ਅਧਿਆਇ 40 ਮੰਤਰ 15 ਤੋਂ ਓਮ ਨਾਮ ਲੈ ਕੇ ਭਗਤੀ ਕੀਤੀ, ਪਰੰਤੂ ਪੂਰਨ ਮੋਕਸ਼ ਨਹੀਂ ਹੋਇਆ। ਓਮ ਨਾਮ ਬ੍ਰਹਮ ਸਾਧਨਾ ਦਾ ਹੈ, ਉਸ ਨਾਲ ਬ੍ਰਹਮਲੋਕ ਪ੍ਰਾਪਤ ਹੁੰਦਾ ਹੈ, ਜੋ ਕਿ ਪੂਰਵ ਵਿੱਚ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ। ਗੀਤਾ ਅਧਿਆਇ 8 ਸ਼ਲੋਕ 16 ਵਿੱਚ ਕਿਹਾ ਹੈ ਕਿ ਪੁਨਰ ਯਾਨੀ ਵਾਪਸ ਸੰਸਾਰ ਵਿੱਚ ਜਨਮ ਮ੍ਰਿਤਯੂ ਦੇ ਚੱਕਰ ਵਿੱਚ ਗਿਰਦੇ ਹਨ। ਕਾਲ ਬ੍ਰਹਮ ਦੀ ਸਾਧਨਾ ਨਾਲ ਉਹ ਮੋਕਸ਼ ਪ੍ਰਾਪਤ ਨਹੀਂ ਹੁੰਦਾ, ਜੋ ਗੀਤਾ ਅਧਿਆਇ 15 ਸ਼ਲੋਕ 4 ਵਿੱਚ ਦੱਸਿਆ ਹੈ ਕਿ ਤੱਤਵ ਗਿਆਨ ਤੋਂ ਅਗਿਆਨ ਨੂੰ ਕੱਟ ਕੇ ਪਰਮੇਸ਼ਵਰ ਦੇ ਉਸ ਪਰਮ ਪਦ ਦੀ ਖੋਜ ਕਰਨੀ ਚਾਹੀਦੀ ਹੈ, ਜਿੱਥੇ ਜਾਣ ਤੋਂ ਮਗਰੋਂ ਸਾਧਕ ਫਿਰ ਮੁੜ ਸੰਸਾਰ ਵਿੱਚ ਕਦੀ ਵਾਪਸ ਨਹੀਂ ਆਉਂਦੇ। ਗੀਤਾ ਅਧਿਆਇ 7 ਸ਼ਲੋਕ 18 ਵਿੱਚ ਗੀਤਾ ਗਿਆਨਦਾਤਾ ਨੇ ਕਿਹਾ ਕਿ ਗਿਆਨੀ ਆਤਮਾ ਯਾਨੀ ਜੋ ਚੌਥੇ ਨੰਬਰ ਦੇ ਬ੍ਰਹਮ ਦੇ ਸਾਧਕ ਕਹੇ ਹਨ ਤਾਂ ਉਦਾਰ ਅਰਥਾਤ ਨੇਕ, ਪਰੰਤੂ ਇਹ ਤੱਤਵ ਗਿਆਨ ਦੇ ਅਭਾਵ ਨਾਲ ਮੇਰੀ ਅਣਉੱਤਮ ਗਤੀ ਵਿੱਚ ਹੀ ਸਥਿਤ ਰਹੇ। ਗੀਤਾ ਗਿਆਨਦਾਤਾ ਨੇ ਆਪਣੀ ਸਾਧਨਾ ਨਾਲ ਹੋਣ ਵਾਲੀ ਗਤੀ ਨੂੰ ਵੀ ਅਣਉੱਤਮ ਅਰਥਾਤ ਘਟੀਆ ਕਿਹਾ ਹੈ। ਇਸ ਲਈ ਬ੍ਰਹਮ ਪੂਜਾ ਕਰਨਾ ਵੀ ਉਚਿਤ ਨਹੀਂ। ਕਾਰਨ ਇੱਕ ਚੁਣਕ ਨਾਮ ਦਾ ਰਿਸ਼ੀ ਗਿਆਨੀ ਆਤਮਾ ਸੀ।
ਉਸ ਨੇ ਓਮ ਨਾਮ ਦਾ ਜਾਪ ਅਤੇ ਹਠ ਯੋਗ ਹਜ਼ਾਰਾਂ ਸਾਲ ਕੀਤੇ, ਜਿਸ ਨਾਲ ਉਸ ਵਿੱਚ ਸਿੱਧੀਆਂ ਆ ਗਈਆਂ। ਬ੍ਰਹਮ ਦੀ ਸਾਧਨਾ ਕਰਨ ਨਾਲ ਜਨਮ ਮ੍ਰਿਤਯੂ ਸਵਰਗ ਨਰਕ ਦਾ ਚੱਕਰ ਸਦਾ ਬਣਿਆ ਰਹੇਗਾ, ਕਿਉਂਕਿ ਗੀਤਾ ਅਧਿਆਇ 2 ਸ਼ਲੋਕ 12, ਗੀਤਾ ਅਧਿਆਇ 4 ਸ਼ਲੋਕ 5, ਗੀਤਾ ਅਧਿਆਇ 10 ਸ਼ਲੋਕ 2 ਵਿੱਚ ਗੀਤਾ ਗਿਆਨ ਦਾਤਾ ਬ੍ਰਹਮ ਨੇ ਕਿਹਾ ਹੈ ਕਿ ਅਰਜੁਨ, ਤੇਰੇ ਅਤੇ ਮੇਰੇ ਅਨੇਕਾਂ ਜਨਮ ਹੋ ਚੁੱਕੇ ਹਨ। ਤੂੰ ਨਹੀਂ ਜਾਣਦਾ, ਮੈਂ ਜਾਣਦਾ ਹਾਂ। ਤੂੰ, ਮੈਂ ਅਤੇ ਇਹ ਸਾਰੇ ਰਾਜਾ ਲੋਕ ਪਹਿਲੇ ਵੀ ਜਨਮੇ ਸਨ, ਅੱਗੇ ਵੀ ਜਨਮ ਲੈਣਗੇ। ਇਹ ਨਾ ਸੋਚ ਕਿ ਅਸੀਂ ਸਾਰੇ ਹੁਣ ਹੀ ਜਨਮੇ ਹਾਂ। ਮੇਰੀ ਉਤਪੱਤੀ ਨੂੰ ਮਹਾਰਿਸ਼ੀ ਜਨ ਅਤੇ ਇਹ ਦੇਵਤਾ ਨਹੀਂ ਜਾਣਦੇ, ਕਿਉਂਕਿ ਇਹ ਸਭ ਮੇਰੇ ਤੋਂ ਉਤਪੰਨ ਹੋਏ ਹਨ। ਇਸ ਤੋਂ ਸਵੈ ਸਿੱਧ ਹੈ ਕਿ ਗੀਤਾ ਗਿਆਨਦਾਤਾ ਬ੍ਰਹਮ ਵੀ ਜੰਮਦਾ ਮਰਦਾ ਹੈ, ਤਾਂ ਇਸ ਦੇ ਪੁਜਾਰੀ ਅਮਰ ਕਿਵੇਂ ਹੋ ਸਕਦੇ ਹਨ। ਇਸ ਨਾਲ ਇਹ ਸਿੱਧ ਹੋਇਆ ਕਿ ਬ੍ਰਹਮ ਦੀ ਉਪਾਸਨਾ ਨਾਲ ਉਹ ਮੋਕਸ਼ ਨਹੀਂ ਹੋ ਸਕਦਾ, ਜੋ ਗੀਤਾ ਅਧਿਆਇ 18 ਸ਼ਲੋਕ 62 ਸ਼ਲੋਕ ਵਿੱਚ ਕਿਹਾ ਹੈ। ਇਹਨਾਂ ਸ਼ਲੋਕਾਂ ਵਿੱਚ ਗੀਤਾ ਗਿਆਨਦਾਤਾ ਨੇ ਸਪਸ਼ਟ ਨਿਰਦੇਸ਼ ਦਿੱਤਾ ਹੈ ਕਿ ਹੇ ਭਾਰਤ, ਤੂੰ ਸਰਵ ਭਾਵ ਨਾਲ ਉਸ ਪਰਮੇਸ਼ਵਰ ਪਰਮ ਅਕਸ਼ਰ ਬ੍ਰਹਮ ਦੀ ਸ਼ਰਨ ਵਿੱਚ ਜਾ। ਉਸ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਪਰਮ ਸ਼ਾਂਤੀ ਨੂੰ ਅਤੇ ਸਨਾਤਨ ਪਰਮਧਾਮ ਅਰਥਾਤ ਸਤਲੋਕ ਨੂੰ ਪ੍ਰਾਪਤ ਹੋਵੇਗਾ। ਤੱਤਵ ਗਿਆਨ ਸਮਝ ਕੇ ਉਸ ਦੇ ਪਿੱਛੋਂ ਪਰਮਾਤਮਾ ਦੇ ਉਸ ਪਰਮ ਪਦ ਦੀ ਖੋਜ ਕਰਨੀ ਚਾਹੀਦੀ ਹੈ, ਜਿੱਥੇ ਜਾਣ ਦੇ ਪਿੱਛੋਂ ਸਾਧਕ ਫਿਰ ਵਾਪਸ ਸੰਸਾਰ ਵਿੱਚ ਕਦੀ ਨਹੀਂ ਆਉਂਦੇ। ਵਿਚਾਰ ਕਰੋ ਕਿ ਗੀਤਾ ਗਿਆਨਦਾਤਾ ਤਾਂ ਖੁਦ ਜੰਮਦਾ ਮਰਦਾ ਹੈ, ਇਸ ਲਈ ਬ੍ਰਹਮ ਦੀ ਪੂਜਾ ਨਾਲ ਹੋਣ ਵਾਲੀ ਗਤੀ ਅਣਉੱਤਮ ਕਹੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 243। ਹੁਣ ਚੁਣਕ ਰਿਸ਼ੀ ਦਾ ਪ੍ਰਸੰਗ ਅੱਗੇ ਸੁਣਾਉਂਦੇ ਹਾਂ। ਚੁਣਕ ਰਿਸ਼ੀ ਨੇ ਓਮ ਨਾਮ ਦਾ ਜਾਪ ਅਤੇ ਹਠ ਯੋਗ ਕੀਤਾ। ਵੇਦਾਂ ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਵੇਦ ਵਿੱਚ ਦੱਸੀ ਭਗਤੀ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਦਾ ਪ੍ਰਮਾਣ ਗੀਤਾ ਅਧਿਆਇ 11 ਸ਼ਲੋਕ 47 ਅਤੇ 48 ਵਿੱਚ ਹੈ। ਗੀਤਾ ਗਿਆਨ ਦਾਤਾ ਬ੍ਰਹਮ ਨੇ ਦੱਸਿਆ ਹੈ ਕਿ ਹੇ ਅਰਜੁਨ, ਮੇਰਾ ਕਾਲ ਬ੍ਰਹਮ ਦਾ ਇਹ ਵਿਰਾਟ ਰੂਪ ਹੈ। ਮੇਰੇ ਇਸ ਰੂਪ ਦਾ ਦਰਸ਼ਨ ਤੇਰੇ ਇਲਾਵਾ ਪਹਿਲਾਂ ਕਿਸੇ ਨੂੰ ਨਹੀਂ ਹੋਇਆ। ਮੈਂ ਤੇਰੇ ਉੱਪਰ ਅਨੁਗ੍ਰਹਿ ਕਰਕੇ ਇਹ ਰੂਪ ਦਿਖਾਇਆ ਹੈ। ਮੇਰੇ ਇਸ ਰੂਪ ਦੇ ਦਰਸ਼ਨ ਅਰਥਾਤ ਬ੍ਰਹਮ ਪ੍ਰਾਪਤੀ ਨਾ ਤਾਂ ਵੇਦਾਂ ਵਿੱਚ ਵਰਣਿਤ ਵਿਧੀ ਨਾਲ ਅਰਥਾਤ ਓਮ ਨਾਮ ਦੇ ਜਾਪ ਨਾਲ, ਨਾ ਤਪ ਨਾਲ, ਨਾ ਹਵਨ ਆਦਿ ਯੱਗਾਂ ਨਾਲ ਹੁੰਦੀ ਹੈ। ਅਰਥਾਤ ਵੇਦਾਂ ਵਿੱਚ ਵਰਣਿਤ ਵਿਧੀ ਨਾਲ ਬ੍ਰਹਮ ਪ੍ਰਾਪਤੀ ਨਹੀਂ ਹੁੰਦੀ। ਇਹ ਕਾਰਨ ਰਿਹਾ ਕਿ ਚੁਣਕ ਜਿਹੇ ਰਿਸ਼ੀ ਵੀ ਬ੍ਰਹਮ ਨੂੰ ਨਿਰਾਕਾਰ ਕਹਿੰਦੇ ਰਹੇ। ਚੁਣਕ ਰਿਸ਼ੀ ਵਿੱਚ ਸਿੱਧੀਆਂ ਆ ਗਈਆਂ, ਜਿਸ ਕਾਰਨ ਨਾਲ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ। ਸਿੱਧੀ ਪ੍ਰਾਪਤ ਸਾਧਕ ਆਪਣੀ ਸਾਲਾਂ ਦੀ ਸਾਧਨਾ ਨਾਲ ਕੀਤੀ ਗਈ ਚਾਰਜ ਬੈਟਰੀ ਨਾਲ ਕਿਸੇ ਨੂੰ ਸ਼ਰਾਪ ਦੇ ਕੇ ਆਪਣੀ ਭਗਤੀ ਦਾ ਨਾਸ਼ ਕਰਦੇ ਹਨ, ਕਿਸੇ ਨੂੰ ਆਸ਼ੀਰਵਾਦ ਦੇ ਕੇ ਆਪਣੀ ਭਗਤੀ ਦਾ ਨਾਸ਼ ਕਰਦੇ ਹਨ, ਕਿਸੇ ਉੱਪਰ ਸਿੱਧੀ ਨਾਲ ਜੰਤਰ ਮੰਤਰ ਕਰਕੇ ਆਪਣੀ ਭਗਤੀ ਨਾਸ਼ ਕਰਦੇ ਹਨ ਅਤੇ ਸੰਸਾਰ ਵਿੱਚ ਪ੍ਰਸ਼ੰਸਾ ਦੇ ਪਾਤਰ ਬਣ ਕੇ ਖੁਦ ਪ੍ਰਭੂ ਬਣ ਬੈਠਦੇ ਹਨ। ਇੱਕ ਮਾਨਤਾਤਾ ਚੱਕਰਵਰਤੀ ਰਾਜਾ ਸੀ। ਉਸ ਦਾ ਪੂਰੀ ਪ੍ਰਿਥਵੀ ਉੱਤੇ ਰਾਜ ਸੀ। ਉਸਨੇ ਆਪਣੇ ਰਾਜ ਵਿੱਚ ਇਹ ਜਾਂਚ ਕਰਨੀ ਚਾਹੀ ਕਿ ਪ੍ਰਿਥਵੀ ਦੇ ਹੋਰ ਰਾਜਾ ਜੋ ਮੇਰੇ ਅਧੀਨ ਹਨ, ਕੀ ਉਹਨਾਂ ਵਿੱਚੋਂ ਕੋਈ ਸੁਤੰਤਰ ਹੋਣਾ ਚਾਹੁੰਦਾ ਹੈ। ਇਸ ਲਈ ਰਾਜਾ ਨੇ ਆਪਣੇ ਨਿੱਜੀ ਘੋੜੇ ਦੇ ਗਲੇ ਵਿੱਚ ਇੱਕ ਘੋਸ਼ਣਾ ਪੱਤਰ ਲਿਖ ਕੇ ਬੰਨ੍ਹ ਦਿੱਤਾ ਕਿ ਜਿਸ ਕਿਸੇ ਰਾਜਾ ਨੂੰ ਮਾਨਤਾਤਾ ਰਾਜਾ ਦੀ ਪਰਾਧੀਨਤਾ ਸਵੀਕਾਰ ਨਾ ਹੋਵੇ, ਉਹ ਇਸ ਘੋੜੇ ਨੂੰ ਫੜ ਲਵੇ ਅਤੇ ਯੁੱਧ ਦੇ ਲਈ ਤਿਆਰ ਹੋ ਜਾਵੇ। ਰਾਜਾ ਦੇ ਕੋਲ 72 ਅਕਛੋਣੀ ਸੈਨਾ ਹੈ। ਉਸ ਘੋੜੇ ਦੇ ਨਾਲ ਸੈਂਕੜੇ ਸੈਨਿਕ ਵੀ ਚਲੇ। ਸਾਰੀ ਪ੍ਰਿਥਵੀ ਉੱਪਰ ਚੱਕਰ ਲਗਾਇਆ, ਕਿਸੇ ਰਾਜਾ ਨੇ ਉਸ ਘੋੜੇ ਨੂੰ ਨਹੀਂ ਫੜਿਆ। ਇਸ ਤੋਂ ਸਪਸ਼ਟ ਹੋ ਗਿਆ ਕਿ ਪੂਰੀ ਪ੍ਰਿਥਵੀ ਦੇ ਛੋਟੇ ਰਾਜਾ ਆਪਣੇ ਚੱਕਰਵਰਤੀ ਸ਼ਾਸਕ ਮਾਨਤਾਤਾ ਦੇ ਅਧੀਨ ਹਨ। ਸਾਰੇ ਸੈਨਿਕ ਜੋ ਘੋੜੇ ਦੇ ਨਾਲ ਖੁਸ਼ੀ ਨਾਲ ਵਾਪਸ ਆ ਰਹੇ ਸਨ। ਰਾਸਤੇ ਵਿੱਚ ਰਿਸ਼ੀ ਚੁਣਕ ਦੀ ਕੁਟਿਆ ਸੀ। ਚੁਣਕ ਰਿਸ਼ੀ ਨੇ ਸੈਨਿਕਾਂ ਤੋਂ ਪੁੱਛਿਆ ਜੋ ਘੋੜੇ ਉੱਪਰ ਸਵਾਰ ਸਨ ਕਿ ਇਹ ਸੈਨਿਕ ਇਸ ਘੋੜੇ ਦਾ ਸਵਾਰ ਕਿੱਥੇ ਗਿਆ। ਸੈਨਿਕਾਂ ਨੇ ਰਿਸ਼ੀ ਜੀ ਨੂੰ ਸਾਰੀ ਗੱਲ ਦੱਸੀ। ਰਿਸ਼ੀ ਨੇ ਕਿਹਾ ਕਿ ਕਿਸੇ ਨੇ ਰਾਜਾ ਮਾਨਤਾਤਾ ਦਾ ਯੁੱਧ ਨਹੀਂ ਸਵੀਕਾਰ ਕੀਤਾ। ਸੈਨਿਕ ਬੋਲੇ ਕਿ ਕਿਸ ਦੀਆਂ ਪੂਜਾਵਾਂ ਵਿੱਚ ਦਮ ਪਿਲਾਇਆ ਹੈ, ਕਿਸੇ ਮਾਤਾ ਨੇ ਦੁੱਧ ਜੋ ਸਾਡੇ ਰਾਜਾ ਨਾਲ ਯੁੱਧ ਕਰ ਲਵੇ। ਰਾਜਾ ਦੇ ਕੋਲ 72 ਅਕਛੋਣੀ ਅਰਥਾਤ 72 ਕਰੋੜ ਸੈਨਾ ਹੈ। ਜਾੜ ਤੋੜ ਦੇਣਗੇ ਜੇਕਰ ਕਿਸੇ ਨੇ ਯੁੱਧ ਕਰਨ ਦੀ ਹਿੰਮਤ ਕੀਤੀ ਤਾਂ। ਰਿਸ਼ੀ ਚੁਣਕ ਜੋ ਕਾਲ ਬ੍ਰਹਮ ਦਾ ਪੁਜਾਰੀ ਸੀ ਨੇ ਕਿਹਾ ਕਿ ਇਹ ਸੈਨਿਕੋ, ਆਪ ਦੇ ਰਾਜਾ ਦਾ ਯੁੱਧ ਮੈਂ ਸਵੀਕਾਰ ਕਰ ਲਿਆ।
ਇਹ ਘੋੜਾ ਬੰਨ ਦੇਵੋ ਮੇਰੀ ਕੁਟੀਆ ਵਾਲੇ ਰੁੱਖ ਨਾਲ। ਸੈਨਿਕ ਬੋਲੇ ਕਿ ਹੇ ਕੰਗਾਲ, ਤੇਰੇ ਕੋਲ ਦਾਣੇ ਤਾਂ ਖਾਣ ਨੂੰ ਨਹੀਂ ਹਨ। ਕੀ ਯੁੱਧ ਕਰੇਂਗਾ ਤੂੰ ਰਾਜਾ ਮਾਨਤਾਤਾ ਦੇ ਨਾਲ? ਆਪਣੀ ਭਗਤੀ ਕਰ ਲੈ, ਕਿਉਂ ਸ਼ਾਮਤ ਬੁਲਵਾ ਰਿਹਾ ਹੈ ਤੂੰ ਆਪਣੀ, ਅਰਥਾਤ ਤੇਰੀ ਕਿਉਂ ਸ਼ਾਮਤ ਬੋਲਦੇ ਰਹੀ ਹੈ ਤੇਰੀ। ਰਿਸ਼ੀ ਨੇ ਕਿਹਾ, ਜੋ ਹੋਵੇਗਾ ਸੋ ਦੇਖਿਆ ਜਾਏਗਾ। ਜਾਓ ਕਹਿ ਦੇਵੋ ਤੁਹਾਡੇ ਰਾਜਾ ਨੂੰ ਤੁਹਾਡਾ ਯੁੱਧ ਚੁਣਕ ਰਿਸ਼ੀ ਨੇ ਸਵੀਕਾਰ ਕਰ ਲਿਆ ਹੈ। ਰਾਜਾ ਨੂੰ ਪਤਾ ਚੱਲਿਆ ਤਾਂ ਸੋਚਿਆ ਕਿ ਅੱਜ ਇੱਕ ਕੰਗਾਲ ਸਿਰਫਿਰੇ ਰਿਸ਼ੀ ਦੀ ਹਿੰਮਤ ਹੋਈ ਹੈ, ਕੱਲ ਕੋਈ ਹੋਰ ਹਿੰਮਤ ਕਰੇਗਾ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 244। बुराई नू जड़ तो समाप्त कर देना चाहिदा है। जनता नू पैपीत करन दे लई एक व्यक्ति नू मारन दे लई राजा ने 72 करोड़ सेना दियां 4 टुकड़ियां बनाईयां। एक टुकड़ी 18 करोड़ सैनिक पहला भेजे ऋषि नाल युद्ध करन दे लई। काल ब्रह्म दे पुजारी ऋषि ने सिद्धि शक्ति नाल 4 पुतलियां बनाईयां, अर्थात 4 परमाणु बंब तैयार कीते। एक पुतली छड्डी, उसने 18 करोड़ सेना नू कट सुट्टिया। राजा ने दूसरी टुकड़ी भेजी, ऋषि ने दूसरी पुतली छड्डी। इस प्रकार राजा मानताता दी 72 अकछोणी सेना दा नाश काल ब्रह्म दे पुजारी चुणक ने कर दिता। विचार करो, ऋषि महारिशियां नू राजियां दे विच टंग नहीं अड़ाउणी चाहिदी है। कारण यह है कि ऋषि जनान ने हजारां साल नाम दा जाप कीता, परमात्मा प्राप्ति दे लई परमात्मा मिलिया नहीं, क्योंकि गीता अध्याय 11 सलोक 47 ਅਤੇ 48 विच लिखिया है कि वेदां विच चारों वेदां ऋग्वेद, यजुर्वेद, सामवेद ते अथर्ववेद वर्णित भगती विधि नाल ब्रह्म प्राप्ति नहीं है। इस लई इस नाल ऋषियां विच सिद्धियां प्रगट हो जांदियां हन। अज्ञानता दे कारण उस ही भुल भुलाइयां नू एक भगती दी उपलब्धि मन बैठे, जिस कारण करके भगती करके भी उस पद नू नहीं प्राप्त कर सके जिथे जाण दे पिछों पुनर जन्म नहीं हुंदा, क्योंकि इन्हां नू तत्वदर्शी संत नहीं मिले। सूक्ष्म वेद विच कहा कि कबीर गुरु बिन काहू ना पाया ज्ञाना, ज्यो थोथा पूस छड़े मूड़ किसाना। गुरु बिन वेद पढ़े जो प्राणी, समझे ना सार रहे अज्ञानी। गरीब 72 छौनी खा गया चुणक ऋषिश्वर एक, देह धारे जौरा फिरे सभी काल के पेख। पावरथ तत्वदर्शी संत गुरु ना मिलन दे कारण जो साधना साधक करते हन, ओ शास्त्र विधि त्याग के मन मुखी आचरण हुंदा है, जिस नाल कोई लाभ साधक नू नहीं हुंदा है। गीता अध्याय 16 सलोक 23 ਅਤੇ 24 विच प्रमाण है कि हे भारत, जो साधक शास्त्र विधि नू त्याग के मन मुखी आचरण करते हैं, उसनू ना ਤਾਂ सुख हुंदा है, ना सिद्धि प्राप्त हुंदी है, ਅਤੇ ना ही उसकी गति अर्थात मोक्ष हुंदा है। इस नाल तेरे ਲਈ शास्त्र ही प्रमाण ਹਨ कि ਕਿਹੜੀ साधना करनी चाहिदी है ਅਤੇ ਕਿਹੜੀ नहीं करनी चाहिदी है। गुरु बिना अर्थात तत्वदर्शी संत दे बिना चाहे वेदां दे मंत्रां नू पढ़दे रहो, चाहे उन्हां नू कंठस्थ भी कर लो। जिवें ਪਹਿਲਾਂ ਦੇ ब्राह्मण वेदां दे मंत्र याद कर लैंदे सन, ਉਹ ਚਤੁਰਵੇਦੀ ਕਹਿਲਾਉਂਦਾ ਸੀ। ਜੋ 3 वेदां ਦੇ ਮੰਤਰਾਂ ਨੂੰ ਯਾਦ ਕਰ ਲੈਂਦਾ ਸੀ, ਉਹ ਤ੍ਰਿਵੇਦੀ ਕਹਿਲਾਉਂਦਾ ਸੀ। परंतु ਉਹਨਾਂ वेदां ਦੇ ਗੂੜ ਰਹੱਸਾਂ ਦਾ ਗਿਆਨ ਨਾ ਹੋਣ ਦੇ ਕਾਰਨ ਉਹ ਰਿਸ਼ੀਜਨ वेदां ਨੂੰ ਪੜ੍ਹ ਕੇ ਘੋਟ ਕੇ ਵੀ ਅਗਿਆਨੀ ਰਹੇ। ਸੂਖਸ਼ਮ वेद ਵਿੱਚ ਕਿਹਾ ਹੈ ਕਿ ਪੀਠ ਮਨੁੱਖਾ ਦਾਖ ਲਦੀ ਊਂਟ ਖਾਤ ਬਬੂਲ। ਭਾਵ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਰੇਗਿਸਤਾਨ ਵਿੱਚ ਊਠਾਂ ਉੱਤੇ ਮਨੁੱਖਾਂ ਦਾਖ ਲੱਦ ਕੇ ਲੈ ਜਾਂਦੇ ਸਨ। ਊਠ ਪਿੱਠ ਉੱਤੇ ਇੰਨੀ ਸਵਾਦਿਸ਼ਟ ਮਨੁੱਖਾਂ ਦਾਖ ਲੱਦੇ ਹੋਏ ਹੁੰਦੇ ਸਨ, ਅਤੇ ਖੁਦ ਬਬੂਲ ਯਾਨੀ ਕਿੱਕਰ ਪੇੜ ਦੇ ਕੰਡਿਆਂ ਵਿੱਚ ਮੂੰਹ ਮਾਰ ਕੇ ਬਬੂਲ ਦੇ ਪੱਤੇ ਖਾ ਰਿਹਾ ਹੁੰਦਾ ਸੀ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 245। बिना ज्ञान दे सारे ऋषि जी 4 वेदां रूपी मुनक्कां दाख नू लद्दे फिरदे सन ਅਤੇ पूजा करदे सन काल ब्रह्म रूपी बबूल, जिस तो सनातन परम धाम ਅਤੇ ना ही परम शांति प्राप्त हुंदी सी। फिर सूक्ष्म वेद विच कहा है कि बंजारे के बैल ज्यो फिरा देश विदेश, खांड छोड़ पूस खात है बिन सतगुरु उपदेश। ਭਾਵ ਅਰਥ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਬੈਲਾਂ ਦੇ ਉੱਪਰ ਗਧੇ ਦੀ ਤਰ੍ਹਾਂ ਥੈਲਾ ਯਾਨੀ ਬੋਰਾ ਰੱਖ ਕੇ ਉਸ ਵਿੱਚ ਖੰਡ ਭਰ ਕੇ ਬੰਜਾਰੇ ਅਰਥਾਤ ਵਪਾਰੀ ਲੋਕ ਇੱਕ ਸਥਾਨ ਤੋਂ ਦੂਸਰੇ ਸਥਾਨ ਉੱਤੇ ਲੈ ਜਾਂਦੇ ਸਨ। ਬੈਲ ਦੀ ਪਿੱਠ ਉੱਪਰ ਬੋਰੇ ਵਿੱਚ ਖੰਡ ਹੈ, ਖੁਦ ਪੁਸ਼ ਯਾਨੀ ਝਾੜੀਆਂ ਖਾਇਆ ਕਰਦਾ।
ਇਸ ਹੀ ਪ੍ਰਕਾਰ ਗੁਰੂ ਦੁਆਰਾ ਤੱਤਵ ਗਿਆਨ ਨਾ ਮਿਲਣ ਦੇ ਕਾਰਨ ਰਿਸ਼ੀਜਨ ਵੇਦਾਂ ਰੂਪੀ ਖੰਡ ਯਾਨੀ ਚੀਨੀ ਨੂੰ ਤਾਂ ਕੰਠਸਥ ਕਰਕੇ ਰੱਖਦੇ ਸਨ। ਉਹਨਾਂ ਨੂੰ ਠੀਕ ਤਰ੍ਹਾਂ ਨਾ ਸਮਝ ਕੇ ਸਾਧਨਾ ਵੇਦ ਵਿਰੁੱਧ ਕਰਦੇ ਸਨ। ਉਦਾਹਰਨ ਦੇ ਲਈ ਸ੍ਰੀ ਦੇਵੀ ਪੁਰਾਣ ਸਚਿੱਤਰ ਮੋਟਾ ਟਾਈਪ ਕੇਵਲ ਹਿੰਦੀ ਗੀਤਾ ਪੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਦੇ 5ਵੇਂ ਸਕੰਦ ਪੰਨਾ ਨੰਬਰ 414 ਉੱਪਰ ਲਿਖਿਆ ਹੈ। ਵੇਦ ਬਿਆਸ ਜੀ ਨੇ ਕਿਹਾ ਕਿ ਸਤਯੁਗ ਦੇ ਬ੍ਰਾਹਮਣ ਵੇਦ ਦੇ ਪੂਰਨ ਵਿਦਾਨ ਸਨ। ਉਹ ਦੇਵੀ ਅਰਥਾਤ ਸ੍ਰੀ ਦੁਰਗਾ ਜੀ ਦੀ ਪੂਜਾ ਕਰਦੇ ਸਨ। ਪ੍ਰਤੇਕ ਪਿੰਡ ਵਿੱਚ ਸ੍ਰੀ ਦੇਵੀ ਦਾ ਮੰਦਰ ਬਣਵਾਉਣ ਦੀ ਉਹਨਾਂ ਦੀ ਪ੍ਰਬਲ ਇੱਛਾ ਸੀ। ਪਾਠਕ ਜਨ ਵਿਚਾਰ ਕਰੋ, ਚਾਰੋਂ ਵੇਦਾਂ ਤੇ ਇਹਨਾਂ ਵੇਦਾਂ ਦੇ ਸਾਰੰਸ਼ ਸ਼੍ਰੀਮਦ ਭਗਵਤ ਗੀਤਾ ਵਿੱਚ ਕਿਤੇ ਵੀ ਦੇਵੀ ਦੀ ਪੂਜਾ ਕਰਨ ਦਾ ਨਿਰਦੇਸ਼ ਨਹੀਂ ਹੈ ਤਾਂ ਸਤਯੁਗ ਦੇ ਬ੍ਰਾਹਮਣ ਕੀ ਖਾਕ ਵਿਦਵਾਨ ਸਨ। ਵੇਦਾਂ ਦੇ ਇਸ ਸ੍ਰੀ ਦੇਵੀ ਪੁਰਾਣ ਦੇ 7ਵੇਂ ਸਕੰਦ ਵਿੱਚ ਪੰਨਾ ਨੰਬਰ 562 ਅਤੇ 563 ਉੱਤੇ ਸ੍ਰੀ ਦੇਵੀ ਜੀ ਨੇ ਰਾਜਾ ਹਿਮਾਲਿਆ ਨੂੰ ਕਿਹਾ ਸੀ ਕਿ ਤੂੰ ਮੇਰੀ ਪੂਜਾ ਵੀ ਤਿਆਗ ਦੇ। ਜੇਕਰ ਬ੍ਰਹਮ ਦੀ ਪ੍ਰਾਪਤੀ ਚਾਹੁੰਦਾ ਹੈ ਤਾਂ ਹੋਰ ਸਭ ਗੱਲਾਂ ਨੂੰ ਤਿਆਗ ਕੇ ਕੇਵਲ ਓਮ ਦਾ ਜਾਪ ਕਰ। ਇਹ ਬ੍ਰਹਮ ਦਾ ਮੰਤਰ ਹੈ, ਇਸ ਨਾਲ ਬ੍ਰਹਮ ਨੂੰ ਪ੍ਰਾਪਤ ਹੋ ਜਾਏਗਾ। ਉਹ ਬ੍ਰਹਮ ਬ੍ਰਹਮਲੋਕ ਰੂਪੀ ਦਿਵਯ ਆਕਾਸ਼ ਵਿੱਚ ਰਹਿੰਦਾ ਹੈ। ਪਾਠਕਜਨ ਆਸਾਨੀ ਨਾਲ ਸਮਝਣਗੇ ਕਿ ਜਦੋਂ ਸਤਯੁਗ ਦੇ ਬ੍ਰਾਹਮਣਾਂ ਦਾ ਇਹ ਗਿਆਨ ਤੇ ਸਾਧਨਾ ਸੀ ਤਾਂ ਵਰਤਮਾਨ ਦੇ ਬ੍ਰਾਹਮਣਾਂ ਨੂੰ ਕੀ ਗਿਆਨ ਹੋਏਗਾ। ਇਸ ਹੀ ਸ਼੍ਰੀ ਦੇਵੀ ਪੁਰਾਣ ਦੇ 5ਵੇਂ ਸਕੰਦ ਵਿੱਚ ਪੰਨਾ ਨੰਬਰ 414 ਉੱਤੇ ਇਹ ਵੀ ਲਿਖਿਆ ਹੈ ਕਿ ਸਤਯੁਗ ਵਿੱਚ ਜੋ ਰਾਖਸ਼ ਸਮਝੇ ਜਾਂਦੇ ਸਨ ਉਹ ਕਲਯੁਗ ਦੇ ਬ੍ਰਾਹਮਣ ਮੰਨੇ ਜਾਂਦੇ ਹਨ। ਬ੍ਰਾਹਮਣ ਕੋਈ ਜਾਤੀ ਵਿਸ਼ੇਸ਼ ਨਹੀਂ ਹੈ। ਜੋ ਪਰਮਾਤਮਾ ਅਰਥਾਤ ਬ੍ਰਹਮ ਦੇ ਲਈ ਯਤਨਸ਼ੀਲ ਹੈ ਉਹੀ ਬ੍ਰਾਹਮਣ ਕਹਾਉਂਦਾ ਹੈ, ਚਾਹੇ ਕਿਸੇ ਵੀ ਜਾਤੀ ਦਾ ਹੋਵੇ। ਵਰਤਮਾਨ ਵਿੱਚ ਪਰੰਪਰਾਗਤ ਬ੍ਰਾਹਮਣ ਘੱਟ ਹਨ। ਸੰਤ ਰੂਪ ਵਿੱਚ ਬ੍ਰਹਮ ਗਿਆਨ ਦੇਣ ਵਾਲੇ ਜ਼ਿਆਦਾ ਹਨ। ਜੋ ਬ੍ਰਾਹਮਣ ਅਰਥਾਤ ਮਾਰਗਦਰਸ਼ਕ ਗੁਰੂ ਕਹਾਉਂਦੇ ਹਨ ਅਤੇ ਤੱਤਵ ਗਿਆਨਹੀਨ ਹਨ। ਇਸ ਲਈ ਕਿਹਾ ਹੈ ਕਿ ਤੱਤਵਦਰਸ਼ੀ ਗੁਰੂ ਦੇ ਬਿਨਾਂ ਕਿਸੇ ਨੂੰ ਵੇਦਾਂ ਦਾ ਗੂੜ ਰਹੱਸਾਂ ਦਾ ਗਿਆਨ ਨਹੀਂ ਹੋਇਆ, ਜਿਸ ਕਾਰਨ ਕਰਕੇ ਵੇਦਾਂ ਨੂੰ ਪੜ੍ਹਦੇ ਸਨ ਪਰੰਤੂ ਸਾਧਨਾ ਵੇਦ ਵਿਰੁੱਧ ਕਰਦੇ ਸਨ। ਵੇਦਾਂ ਅਤੇ ਗੀਤਾ ਵਿੱਚ ਤਿੰਨੋਂ ਦੇਵਤਾਵਾਨ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਤੇ ਸ੍ਰੀ ਸ਼ਿਵ ਜੀ ਦੀ ਪੂਜਾ ਕਰਨਾ ਨਿਸ਼ੇਧ ਹੈ। ਸਾਰੇ ਹਿੰਦੂ ਸਮਾਜ ਗਿਆਨਹੀਨ ਸੰਤਾਂ ਦੁਆਰਾ ਇਹਨਾਂ ਤਿੰਨਾਂ ਦੇਵਤਾਵਾਨ ਉੱਪਰ ਕੇਂਦਰਿਤ ਕਰ ਰੱਖਿਆ ਹੈ। ਸ੍ਰੀ ਦੇਵੀ ਦੁਰਗਾ ਅਤੇ ਵਿਸ਼ਨੂੰ ਜੀ ਸ਼ਿਵ ਜੀ ਦੀ ਭਗਤੀ ਕਰ ਰਹੇ ਹਨ। ਪਹਿਲਾਂ ਤੋਂ ਹੀ ਇਹ ਲੋਕ ਵੇਦ ਦੰਦ ਕਥਾ ਦਾ ਗਿਆਨ ਚੱਲਿਆ ਆ ਰਿਹਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 246 ਜੋ ਅੱਜ ਮੇਰੇ ਸਾਹਮਣੇ ਦੀਵਾਰ ਬਣ ਕੇ ਖੜੀ ਹੈ। ਮੈਂ ਸ਼ਾਸਤਰੋਕਤ ਗਿਆਨ ਦੱਸਦਾ ਹਾਂ, ਪ੍ਰੋਜੈਕਟਰ ਉੱਪਰ ਦਿਖਾਉਂਦਾ ਹਾਂ, ਪਰੰਤੂ ਪਹਿਲਾਂ ਦੇ ਅਗਿਆਨ ਨੂੰ ਸੱਚ ਮੰਨ ਕੇ ਸੱਚ ਨੂੰ ਅੱਖੀ ਦੇਖ ਕੇ ਵੀ ਵਿਸ਼ਵਾਸ ਨਹੀਂ ਕਰ ਰਹੇ ਹਨ। ਵਿਰੋਧ ਕਰਦੇ ਹਨ, ਜੇਲ੍ਹ ਵਿੱਚ ਭਿਜਵਾ ਦਿੰਦੇ ਹਨ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਗਰੀਬ ਵੇਦ ਪੜ੍ਹੇ ਪਰ ਭੇਦ ਨਾ ਜਾਣੇ, ਵਾਂਚੇ ਪੁਰਾਣ 18 ਪੱਥਰ ਦੀ ਪੂਜਾ ਕਰੇ ਬਿਸਰੇ ਸਿਰਜਨਹਾਰਾ। ਭਾਵ ਅਰਥ ਹੈ ਕਿ ਵੇਦ ਅਤੇ 18 ਪੁਰਾਣਾਂ ਨੂੰ ਪੜ੍ਹਦੇ ਹਨ ਅਤੇ ਮੂਰਤੀ ਦੀ ਪੂਜਾ ਕਰਦੇ ਹਨ। ਵੇਦ ਵਕਤਾ ਸਭ ਦੇ ਸਿਰਜਨਹਾਰ ਪਰਮ ਅਕਸ਼ਰ ਬ੍ਰਹਮ ਨੂੰ ਭੁੱਲ ਗਏ ਹਨ। ਹੋਰ ਪ੍ਰਭੂਆਂ ਦੀ ਪੂਜਾ ਕਰਕੇ ਉਸ ਪਰਮ ਸ਼ਕਤੀ ਅਤੇ ਸਨਾਤਨ ਪਰਮ ਧਾਮ ਅਰਥਾਤ ਪਰਮੇਸ਼ਵਰ ਦੇ ਉਸ ਪਰਮ ਪਦ ਤੋਂ ਵੰਚਿਤ ਰਹਿ ਜਾਂਦੇ ਹਨ। ਜੋ ਗੀਤਾ ਅਧਿਆਇ 18 ਸਲੋਕ 62 ਅਤੇ ਗੀਤਾ ਅਧਿਆਇ 15 ਸਲੋਕ 4 ਵਿੱਚ ਕਿਹਾ ਹੈ। ਸੂਖਸ਼ਮ ਵੇਦ ਵਿੱਚ ਲਿਖਿਆ ਹੈ ਕਿ ਗੁਰੂਵਾ ਗਾਮ ਬਿਗਾੜੇ ਸੰਤੋ, ਗੁਰੂਵਾ ਗਾਮ ਵਿਗਾੜੇ, ਐਸੇ ਕਰਮ ਜੀਵ ਕੇ ਲਾ ਦੀਏ ਫਿਰ ਚੜੇ ਨਾ ਚਾੜੇ। ਭਾਵ-ਅਰਥ ਹੈ ਕਿ ਗਿਆਨਹੀਨ ਤੱਤਵ ਗਿਆਨ ਤੋਂ ਅਪਰਿਚਿਤ ਗੁਰੂਆਂ ਨੇ ਪਿੰਡਾਂ ਦੇ ਪਿੰਡ ਵਿੱਚ ਸ਼ਾਸਤਰ ਵਿਰੁੱਧ ਗਿਆਨ ਅਤੇ ਭਗਤੀ ਦਾ ਅਗਿਆਨ ਸੁਣਾ ਕੇ ਉਹਨਾਂ ਨੂੰ ਇੰਨਾ ਪਰਮਿਤ ਕਰ ਦਿੱਤਾ ਕਿ ਉਹ ਹੁਣ ਸਮਝਾਉਣ ਨਾਲ ਵੀ ਸ਼ਾਸਤਰ ਵਿਰੁੱਧ ਸਾਧਨਾ ਨੂੰ ਤਿਆਗਣ ਦੇ ਲਈ ਤਿਆਰ ਨਹੀਂ ਹੁੰਦੇ। ਗੀਤਾ ਅਧਿਆਇ 16 ਸਲੋਕ 23 ਵਿੱਚ ਲਿਖਿਆ ਹੈ ਕਿ ਸ਼ਾਸਤਰ ਵਿਧੀ ਤਿਆਗ ਕੇ ਮਨ ਮੁਖੀ ਆਚਰਣ ਕਰਨ ਨਾਲ ਨਾ ਤਾਂ ਸਿੱਧੀ ਪ੍ਰਾਪਤ ਹੁੰਦੀ ਹੈ, ਨਾ ਸੁਖ ਪ੍ਰਾਪਤ ਹੁੰਦਾ ਹੈ ਅਤੇ ਨਾ ਗਤੀ ਹੁੰਦੀ ਹੈ, ਅਰਥਾਤ ਬੇਅਰਥ ਸਾਧਨਾ ਹੈ। ਦੂਸਰੀ ਤਰਫ ਆਪ ਜੀ ਨੇ ਚੁਣਕ ਰਿਸ਼ੀ ਦੀ ਕਥਾ ਵਿੱਚ ਪੜ੍ਹਿਆ ਕਿ ਚੁਣਕ ਜੀ ਨੂੰ ਸਿੱਧੀਆਂ ਪ੍ਰਾਪਤ ਹੋ ਗਈਆਂ। ਪਾਠਕਾਂ ਨੂੰ ਇਹ ਸਮਝਣਾ ਹੈ ਕਿ ਸਿੱਧੀ ਭਗਤੀ ਦਾ ਬਾਇਪ੍ਰੋਡਕਟ ਹੈ। ਜਿਵੇਂ ਜੌਂ ਦਾ ਪੂਸ ਯਾਨੀ ਤੂੜਾ ਹੁੰਦਾ ਹੈ ਜਿਸ ਵਿੱਚ ਤੁਸ ਬਹੁਤ ਹੁੰਦੇ ਹਨ। ਪਸ਼ੂ ਖਾਂਦਾ ਹੈ ਤਾਂ ਮੁਖ ਵਿੱਚ ਜ਼ਖਮ ਕਰ ਦਿੰਦੇ ਹਨ। ਇਹ ਸਿੱਧੀ ਪ੍ਰਾਪਤ ਹੁੰਦੀ ਹੈ ਕਾਲ ਬ੍ਰਹਮ ਦੀ ਭਗਤੀ ਨਾਲ ਜੋ ਚੁਣਕ ਰਿਸ਼ੀ ਜੀ ਨੂੰ ਪ੍ਰਾਪਤੀ ਹੋਈ। ਜੋ ਸ਼ਾਸਤਰ ਵਿਧੀ ਅਨੁਸਾਰ ਭਗਤੀ ਕਰਨ ਨਾਲ ਸਿੱਧੀ ਪ੍ਰਾਪਤ ਹੁੰਦੀ ਹੈ।
ਉਹ ਗੇਹੂੰ ਦਾ ਪੂਸ ਯਾਨੀ ਤੂੜਾ ਸਮਝੋ, ਜੋ ਪਸ਼ੂਆਂ ਦੇ ਲਈ ਉਪਯੋਗੀ ਅਤੇ ਖਾਣ ਵਿੱਚ ਸੁਗਮ ਹੁੰਦਾ ਹੈ। ਭਾਵ ਅਰਥ ਹੈ ਕਿ ਸ਼ਾਸਤਰ ਵਿਧੀ ਅਨੁਸਾਰ ਸਾਧਨਾ ਨਾ ਕਰਨ ਨਾਲ ਜੋ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ, ਉਹ ਸਾਧਕ ਨੂੰ ਨਸ਼ਟ ਕਰ ਦਿੰਦੀਆਂ ਹਨ, ਕਿਉਂਕਿ ਅਗਿਆਨਤਾ ਵਸ਼ ਰਿਸ਼ੀਜਨ ਉਹਨਾਂ ਦਾ ਪ੍ਰਯੋਗ ਕਰਕੇ ਕਿਸੇ ਦੀ ਹਾਨੀ ਕਰ ਦਿੰਦੇ ਹਨ। ਕਿਸੇ ਨੂੰ ਆਸ਼ੀਰਵਾਦ ਦੇ ਕੇ ਆਪਣੀ ਭਗਤੀ ਦੀ ਸ਼ਕਤੀ ਜੋ ਨਾਮ ਦੇ ਜਾਪ ਨਾਲ ਹੁੰਦੀ ਹੈ, ਉਸ ਨੂੰ ਸਮਾਪਤ ਕਰਕੇ ਫਿਰ ਤੋਂ ਖਾਲੀ ਹੋ ਜਾਂਦੇ ਹਨ। ਜਿਵੇਂ ਚੁਣਕ ਰਿਸ਼ੀ ਜੀ ਨੇ ਮਾਨਤਾਤਾ ਚੱਕਰਵਰਤੀ ਰਾਜਾ ਦੀ 72 ਕਰੋੜ ਸੈਨਾ ਦਾ ਨਾਸ਼ ਕਰ ਦਿੱਤਾ, ਆਪਣੀ ਭਗਤੀ ਦੀ ਸਿੱਧੀ ਵੀ ਗੁਆ ਦਿੱਤੀ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਗਰੀਬ 72 ਅਕਸ਼ਾਣੀ 6 ਕਰੀ ਚੁਣਕ ਰਿਸ਼ੀਵਰ ਏਕ ਦੇਹ ਧਾਰੇ ਜੌਰਾ ਮਰਿਤਯੂ ਫਿਰੈ ਸਭ ਹੀ ਕਾਲ ਕੇ ਭੇਖ। ਭਾਵਰਥ ਰਿਸ਼ੀਆਂ ਵਿੱਚ ਸਰਵ ਸ਼੍ਰੇਸ਼ਠ ਰਿਸ਼ੀ ਚੁਣਕ ਜੀ ਨੇ 72 ਕਰੋੜ ਸੈਨਾ ਦਾ ਨਾਸ਼ ਕਰ ਦਿੱਤਾ। ਇਹ ਦਿਖਾਈ ਦਿੰਦੇ ਹਨ ਮਹਾਤਮਾ, ਲੇਕਿਨ ਜਦੋਂ ਇਹਨਾਂ ਨਾਲ ਪਾਲਾ ਪਿਆ ਤਾਂ ਇਹ ਨਿਕਲਦੇ ਹਨ ਸੱਪ ਜਿਹੇ। ਜਰਾ ਜਹੀ ਗੱਲ ਉੱਤੇ ਸ਼ਰਾਪ ਦੇ ਦਿੰਦਾ। ਕਿਸੇ ਨਾਲ ਬੇਮਤਲਬ ਪੰਗਾ ਲੈ ਲੈਣਾ ਇਹਨਾਂ ਦੇ ਲਈ ਆਮ ਗੱਲ ਹੁੰਦੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 247। ਰਿਸ਼ੀ ਦੁਰਵਾਸ਼ਾ ਦੀ ਕਾਰਗੁਜ਼ਾਰੀ। ਇੱਕ ਦੁਰਵਾਸ਼ਾ ਰਿਸ਼ੀ ਨਾਮ ਦੇ ਕਾਲ ਬ੍ਰਹਮ ਦੇ ਪੁਜਾਰੀ ਯਾਨੀ ਬ੍ਰਹਮ ਸਾਧਕ ਸਨ। ਉਹ ਤੁਰੇ ਜਾ ਰਹੇ ਸਨ। ਰਾਸਤੇ ਵਿੱਚ ਇੱਕ ਅਪਸਰਾ ਯਾਨੀ ਸਵਰਗ ਦੀ ਇਸਤਰੀ ਸੁੰਦਰ ਮੋਤੀਆਂ ਦੀ ਮਾਲਾ ਪਹਿਨੇ ਹੋਏ ਸੀ। ਰਿਸ਼ੀ ਦੁਰਵਾਸਾ ਨੇ ਕਿਹਾ ਕਿ ਇਹ ਮਾਲਾ ਮੈਨੂੰ ਦੇ ਦੇ। ਦੇਵਪ੍ਰੀ ਨੂੰ ਪਤਾ ਸੀ ਕਿ ਇਹ ਰਿਸ਼ੀ ਤਾਂ ਸੱਪ ਜਿਹੇ ਹਨ, ਜੇਕਰ ਮਨਾ ਕਰ ਦਿੱਤਾ ਤਾਂ ਸ਼ਰਾਪ ਦੇ ਦਿੰਦੇ ਹਨ। ਉਸ ਅਪਸਰਾ ਨੇ ਤੁਰੰਤ ਮਾਲਾ ਗਲੇ ਵਿੱਚੋਂ ਉਤਾਰੀ ਅਤੇ ਰਿਸ਼ੀ ਨੂੰ ਆਦਰ ਨਾਲ ਦੇ ਦਿੱਤੀ। ਦੁਰਵਾਸ਼ਾ ਰਿਸ਼ੀ ਨੇ ਉਹ ਮਾਲਾ ਸਿਰ ਉੱਤੇ ਵਾਲਾਂ ਦੇ ਜੂੜੇ ਵਿੱਚ ਪਾ ਲਈ ਚੱਲਿਆ ਜਾ ਰਿਹਾ ਸੀ। ਅੱਗੇ ਤੋਂ ਸਵਰਗ ਦਾ ਰਾਜਾ ਇੰਦਰ ਆਪਣੇ ਇਰਾਵਤ ਹਾਥੀ ਉੱਪਰ ਬੈਠਾ ਆ ਰਿਹਾ ਸੀ। ਉਸ ਦੇ ਅੱਗੇ ਅੱਗੇ ਅਪਸਰਾਵਾਂ ਅਤੇ ਗੰਧਰਵ ਜਨ ਗਾਉਂਦੇ ਵਜਾਉਂਦੇ ਚੱਲ ਰਹੇ ਸਨ ਅਤੇ ਹੋਰ ਵੀ ਕਰੋੜਾਂ ਦੇਵੀ ਦੇਵਤਾ ਨਾਲ ਨਾਲ ਸਨਮਾਨ ਵਿੱਚ ਚੱਲ ਰਹੇ ਸਨ। ਦੁਰਵਾਸ਼ਾ ਰਿਸ਼ੀ ਨੇ ਮਾਲਾ ਆਪਣੇ ਸਿਰ ਤੋਂ ਉਠਾ ਕੇ ਇੰਦਰ ਦੇ ਵੱਲ ਸੁੱਟ ਦਿੱਤੀ। ਇੰਦਰ ਨੇ ਉਹ ਮਾਲਾ ਹਾਥੀ ਦੀ ਗਰਦਨ ਉੱਤੇ ਰੱਖ ਦਿੱਤੀ। ਹਾਥੀ ਨੇ ਉਹ ਮਾਲਾ ਆਪਣੇ ਸੁੰਡ ਨਾਲ ਉਠਾ ਕੇ ਜ਼ਮੀਨ ਉੱਪਰ ਸੁੱਟ ਦਿੱਤੀ। ਜਿਵੇਂ ਇੰਦਰ ਨੂੰ ਕੋਈ ਫੁੱਲ ਮਾਲਾ ਭੇਟ ਕਰਦਾ ਸੀ ਤਾਂ ਇੰਦਰ ਉਸ ਨੂੰ ਬਾਅਦ ਵਿੱਚ ਹਾਥੀ ਦੀ ਗਰਦਨ ਉੱਪਰ ਰੱਖ ਦਿੰਦਾ ਸੀ। ਜਦ ਇੰਦਰ ਹਾਥੀ ਉੱਪਰ ਬੈਠਾ ਹੋਵੇ, ਹਾਥੀ ਉਸ ਨੂੰ ਚੁੱਕ ਕੇ ਨੀਚੇ ਸੁੱਟ ਦਿੰਦਾ ਸੀ। ਹਾਥੀ ਨੇ ਉਸੇ ਰੂਟੀਨ ਨਾਲ ਉਹ ਮਾਲਾ ਨੀਚੇ ਸੁੱਟ ਦਿੱਤੀ ਸੀ। ਇਸ ਗੱਲ ਨਾਲ ਰਿਸ਼ੀ ਦੁਰਵਾਸ਼ਾ ਕ੍ਰੋਧਿਤ ਹੋ ਗਏ ਅਤੇ ਬੋਲੇ ਕਿ ਹੇ ਇੰਦਰ, ਤੈਨੂੰ ਰਾਜ ਦਾ ਅਭਿਮਾਨ ਹੈ। ਮੇਰੇ ਦੁਆਰਾ ਦਿੱਤੀ ਗਈ ਮਾਲਾ ਦਾ ਤੂੰ ਅਨਾਦਰ ਕੀਤਾ ਹੈ। ਮੈਂ ਸ਼ਰਾਪ ਦਿੰਦਾ ਹਾਂ ਕਿ ਤੇਰਾ ਸਾਰਾ ਰਾਜ ਨਸ਼ਟ ਹੋ ਜਾਏ। ਦੇਵਰਾਜ ਇੰਦਰ ਇੱਕਦਮ ਕੰਬਣ ਲੱਗਾ ਅਤੇ ਬੋਲਿਆ, ਹੇ ਵਿਪਰ, ਮੈਂ ਆਪ ਦੀ ਮਾਲਾ ਨੂੰ ਆਦਰ ਨਾਲ ਗ੍ਰਹਿਣ ਕਰਕੇ ਹਾਥੀ ਉੱਪਰ ਰੱਖਿਆ ਸੀ। ਹਾਥੀ ਨੇ ਆਪਣੀ ਔਪਚਾਰਿਕਤਾ ਵਸ਼ ਨੀਚੇ ਸੁੱਟ ਦਿੱਤੀ। ਮੈਨੂੰ ਮੁਆਫ ਕਰੋ। ਵਾਰ-ਵਾਰ ਕਰਬਦ ਹੋ ਕੇ ਹਾਥੀ ਤੋਂ ਨੀਚੇ ਉਤਰ ਕੇ ਦੰਡਵਤ ਪ੍ਰਣਾਮ ਕਰਕੇ ਵੀ ਖਿਮਾ ਯਾਚਨਾ ਇੰਦਰ ਨੇ ਕੀਤੀ, ਪਰੰਤੂ ਦੁਰਵਾਸ਼ਾ ਰਿਸ਼ੀ ਨਹੀਂ ਮੰਨਿਆ ਅਤੇ ਕਿਹਾ ਕਿ ਜੋ ਮੈਂ ਕਹਿ ਦਿੱਤਾ ਉਹ ਵਾਪਸ ਨਹੀਂ ਹੋ ਸਕਦਾ। ਕੁਝ ਹੀ ਸਮੇਂ ਵਿੱਚ ਇੰਦਰ ਦਾ ਸਰਵਨਾਸ਼ ਹੋ ਗਿਆ, ਸਵਰਗ ਉੱਜੜ ਗਿਆ। ਇੱਕ ਵਾਰ ਰਿਸ਼ੀ ਦੁਰਵਾਸ਼ਾ ਜੀ ਦੁਆਰਕਾ ਨਗਰੀ ਦੇ ਕੋਲ ਜੰਗਲ ਵਿੱਚ ਕੁਝ ਸਮੇਂ ਦੇ ਲਈ ਰੁਕੇ। ਦੁਆਰਕਾ ਵਾਸੀਆਂ ਨੂੰ ਪਤਾ ਚੱਲਿਆ ਕਿ ਦੁਰਵਾਸ਼ਾ ਜੀ ਆਪਣੀ ਨਗਰੀ ਦੇ ਕੋਲ ਆਏ ਹਨ। ਇਹ ਤਿਰਕਾਲਦਰਸ਼ੀ ਮਹਾਤਮਾ ਹਨ, ਸਿੱਧੀ ਯੁਕਤ ਰਿਸ਼ੀ ਹਨ। ਦੁਆਰਕਾ ਵਾਸੀ ਸ੍ਰੀ ਕ੍ਰਿਸ਼ਨ ਤੋਂ ਅਧਿਕ ਸ਼ਕਤੀਸ਼ਾਲੀ ਕਿਸੇ ਨੂੰ ਨਹੀਂ ਮੰਨਦੇ ਸਨ। ਸ੍ਰੀ ਕ੍ਰਿਸ਼ਨ ਦੇ ਪੁੱਤਰ ਸ੍ਰੀ ਪ੍ਰਦਿਉਮਨ ਸਹਿਤ ਕਈ ਯਾਦਵਾਂ ਨੇ ਯੋਜਨਾ ਬਣਾਈ ਕਿ ਸੁਣਿਆ ਹੈ ਦੁਰਵਾਸ਼ਾ ਜੀ ਤਿਰਕਾਲਦਰਸ਼ੀ ਹਨ, ਮਨ ਦੀ ਗੱਲ ਵੀ ਦੱਸ ਦਿੰਦੇ ਹਨ, ਅੰਤਰਯਾਮੀ ਹਨ, ਉਹਨਾਂ ਦੀ ਪ੍ਰੀਖਿਆ ਲੈਂਦੇ ਹਾਂ। ਇਹ ਵਿਚਾਰ ਕਰਕੇ ਪ੍ਰਦਿਉਮਨ ਨੂੰ ਗਰਭਵਤੀ ਇਸਤਰੀ ਦਾ ਸਵਾਂਗ ਬਣਾ ਕੇ 10-12 ਵਿਅਕਤੀ ਨਾਲ ਚਲੇ। ਇੱਕ ਵਿਅਕਤੀ ਨੂੰ ਉਸ ਦਾ ਪਤੀ ਬਣਾ ਲਿਆ। ਦੁਰਵਾਸ਼ਾ ਜੀ ਦੇ ਕੋਲ ਜਾ ਕੇ ਕਿਹਾ ਕਿ ਹੇ ਰਿਸ਼ੀ ਜੀ, ਇਸ ਇਸਤਰੀ ਉੱਪਰ ਪਰਮਾਤਮਾ ਦੀ ਕਿਰਪਾ ਬਹੁਤ ਦਿਨਾਂ ਪਿੱਛੋਂ ਹੋਈ ਹੈ। ਇਸ ਨੂੰ ਗਰਭ ਵਿੱਚ ਲੜਕਾ ਹੈ ਜਾਂ ਕੰਨਿਆ? ਆਪ ਤਾਂ ਅੰਤਰਯਾਮੀ ਹੋ, ਕਿਰਪਾ ਕਰਕੇ ਦੱਸੋ। ਉਹਨਾਂ ਪ੍ਰਦਿਉਮਨ ਦੇ ਪੇਟ ਉੱਪਰ ਇੱਕ ਛੋਟੀ ਕੜਾਈ ਬੰਨ ਰੱਖੀ ਸੀ। ਉਸ ਦੇ ਉੱਪਰ ਰੂਈ ਦਾ ਲੋਗੜ ਅਤੇ ਪੁਰਾਣੇ ਵਸਤਰ ਬੰਨ ਕੇ ਗਰਭ ਬਣਾ ਰੱਖਿਆ ਸੀ। ਉੱਪਰ ਇਸਤਰੀ ਵਸਤਰ ਪਹਿਨਾ ਰੱਖੇ ਸਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 248। ਰਿਸ਼ੀ ਦੁਰਵਾਸ਼ਾ ਜੀ ਨੇ ਦਿਵਯ ਦ੍ਰਿਸ਼ਟੀ ਨਾਲ ਦੇਖਿਆ
ਅਤੇ ਜਾਣਿਆ ਕਿ ਇਹ ਮੇਰਾ ਮਜ਼ਾਕ ਕਰਨ ਆਏ ਹਨ। ਦੁਰਵਾਸ਼ਾ ਜੀ ਨੇ ਕਿਹਾ ਕਿ ਇਸ ਗਰਭ ਨਾਲ ਯਾਦਵ ਕੁਲ ਦਾ ਨਾਸ਼ ਹੋਏਗਾ। ਇੰਨਾ ਕਹਿ ਕੇ ਕ੍ਰੋਧਿਤ ਹੋ ਗਏ। ਸਾਰੇ ਵਿਅਕਤੀ ਉੱਥੋਂ ਖਿਸਕ ਗਏ। ਨਗਰੀ ਵਿੱਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਕਿ ਰਿਸ਼ੀ ਦੁਰਵਾਸ਼ਾ ਜੀ ਨੇ ਸ਼ਰਾਪ ਦੇ ਦਿੱਤਾ ਕਿ ਯਾਦਵਾਂ ਦਾ ਨਾਸ਼ ਹੋਏਗਾ। ਉਹਨਾਂ ਨੂੰ ਵਿਸ਼ਵਾਸ ਸੀ ਕਿ ਸਾਡੇ ਨਾਲ ਸਰਵ ਸ਼ਕਤੀਮਾਨ ਭਗਵਾਨ ਅਖਿਲ ਬ੍ਰਹਿਮੰਡ ਦੇ ਨਾਇਕ ਸ੍ਰੀ ਕ੍ਰਿਸ਼ਨ ਹਨ। ਦੁਰਵਾਸ਼ਾ ਦੇ ਸ਼ਰਾਪ ਦਾ ਪ੍ਰਭਾਵ ਸਾਡੇ ਉੱਤੇ ਨਹੀਂ ਹੋਵੇਗਾ। ਫਿਰ ਵੀ ਕੁਝ ਬੁੱਧੀਮਾਨ ਯਾਦਵ ਇਕੱਠੇ ਹੋ ਕੇ ਸ੍ਰੀ ਕ੍ਰਿਸ਼ਨ ਜੀ ਦੇ ਕੋਲ ਗਏ ਅਤੇ ਰਿਸ਼ੀ ਦੁਰਵਾਸ਼ਾ ਨਾਲ ਕੀਤਾ ਬੱਚਿਆਂ ਦਾ ਮਜ਼ਾਕ ਅਤੇ ਰਿਸ਼ੀ ਦੁਰਵਾਸ਼ਾ ਦੁਆਰਾ ਦਿੱਤੇ ਗਏ ਸ਼ਰਾਪ ਦਾ ਬਿਰਤਾਂਤ ਦੱਸਿਆ। ਸਾਰੀ ਵਾਰਤਾ ਸੁਣ ਕੇ ਸ੍ਰੀ ਕ੍ਰਿਸ਼ਨ ਜੀ ਕੁਝ ਦੇਰ ਸੋਚ ਕੇ ਕਿਹਾ ਕਿ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਰਿਸ਼ੀ ਦੁਰਵਾਸ਼ਾ ਕੋਲ ਲੈ ਕੇ ਜਾਓ ਅਤੇ ਖਿਮਾ ਯਾਚਨਾ ਕਰੋ। ਦੁਰਵਾਸ਼ਾ ਦੇ ਕੋਲ ਗਏ, ਖਿਮਾ ਯਾਚਨਾ ਕੀਤੀ, ਪਰੰਤੂ ਦੁਰਵਾਸ਼ਾ ਨੇ ਕਿਹਾ ਕਿ ਜੋ ਮੈਂ ਬੋਲ ਦਿੱਤਾ ਉਹ ਵਾਪਸ ਨਹੀਂ ਹੋ ਸਕਦਾ। ਸਾਰੇ ਵਿਅਕਤੀ ਫਿਰ ਤੋਂ ਕ੍ਰਿਸ਼ਨ ਜੀ ਦੇ ਕੋਲ ਆ ਗਏ ਅਤੇ ਸਾਰੀ ਗੱਲ ਦੱਸੀ। ਦੁਆਰਕਾ ਵਿੱਚ ਭੋਜਨ ਵੀ ਨਹੀਂ ਬਣਿਆ। ਸਾਰੀ ਨਗਰੀ ਚਿੰਤਾ ਵਿੱਚ ਡੁੱਬ ਗਈ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਚਿੰਤਾ ਕਿਸ ਗੱਲ ਦੀ? ਜੋ ਵਸਤੂ ਗਰਭ ਵਿੱਚ ਪ੍ਰਯੋਗ ਕੀਤੀ ਸੀ ਉਹਨਾਂ ਨਾਲ ਹੀ ਸਾਡਾ ਵਿਨਾਸ਼ ਹੋਣਾ ਦੱਸਿਆ ਹੈ। ਐਸਾ ਕਰੋ, ਕੱਪੜਿਆਂ ਅਤੇ ਰੂਈ ਨੂੰ ਜਲਾ ਕੇ ਤੇ ਲੋਹੇ ਦੀ ਕੜਾਹੀ ਨੂੰ ਪੱਥਰ ਉੱਪਰ ਕਿਸਾ ਕੇ ਪ੍ਰਪਾਸ਼ ਖੇਤਰ ਯਾਨੀ ਯਮੁਨਾ ਨਦੀ ਦੇ ਕਿਨਾਰੇ ਇੱਕ ਸਥਾਨ ਦਾ ਨਾਮ ਹੈ ਵਿੱਚ ਯਮੁਨਾ ਨਦੀ ਵਿੱਚ ਪਾ ਦੇਵੋ। ਉੱਥੇ ਬੈਠ ਕੇ ਕਿਸਾਓ, ਉਹੀ ਚੂਰਾ ਦਰਿਆ ਵਿੱਚ ਪਾ ਦਿਓ। ਉੱਥੇ ਹੀ ਰਾਖ ਪਾਣੀ ਵਿੱਚ ਪਾ ਦਿਓ। ਨਾ ਰਹੇਗਾ ਬਾਂਸ, ਨਾ ਵਜੇਗੀ ਬੰਸੁਰੀ। ਜਦ ਗਰਭ ਦੀਆਂ ਵਸਤੂਆਂ ਹੀ ਨਹੀਂ ਰਹਿਣਗੀਆਂ ਤਾਂ ਸਾਡਾ ਨਾਸ਼ ਕਿਵੇਂ ਹੋਵੇਗਾ? ਇਹ ਗੱਲ ਦੁਆਰਕਾ ਨਿਵਾਸੀਆਂ ਨੂੰ ਚੰਗੀ ਲੱਗੀ। ਆਪਣੇ ਆਪ ਨੂੰ ਸੰਕਟ ਮੁਕਤ ਮੰਨਿਆ। ਸ੍ਰੀ ਕ੍ਰਿਸ਼ਨ ਜੀ ਦੇ ਆਦੇਸ਼ ਅਨੁਸਾਰ ਸਭ ਕੀਤਾ ਗਿਆ। ਕੜਾਹੀ ਦਾ ਇੱਕ ਕੜਾ ਪੂਰੀ ਤਰ੍ਹਾਂ ਨਹੀਂ ਕਿਸ ਪਾਇਆ, ਉਸ ਨੂੰ ਵੈਸੇ ਹੀ ਯਮੁਨਾ ਨਦੀ ਵਿੱਚ ਸੁੱਟ ਦਿੱਤਾ। ਉਹ ਇੱਕ ਮੱਛਲੀ ਨੇ ਚਮਕੀਲਾ ਖਾਦ ਪਦਾਰਥ ਜਾਣ ਕੇ ਖਾ ਲਿਆ। ਉਸ ਮੱਛਲੀ ਨੂੰ ਬਾਲੀਆ ਨਾਮਕ ਭੀਲ ਨੇ ਫੜ ਲਿਆ। ਜਦੋਂ ਮੱਛਲੀ ਨੂੰ ਕੱਟਿਆ ਤਾਂ ਉਸ ਤੋਂ ਨਿਕਲੀ ਧਾਤੂ ਦੀ ਜਾਂਚ ਕਰਨ ਦੇ ਪਿੱਛੋਂ ਉਸ ਨੂੰ ਆਪਣੇ ਤੀਰ ਦੇ ਅਗਲੇ ਹਿੱਸੇ ਵਿੱਚ ਵਿਸ਼ ਯੁਕਤ ਕਰਵਾ ਕੇ ਲਗਵਾ ਲਿਆ। ਉਸ ਨੂੰ ਸੁਰੱਖਿਅਤ ਰੱਖ ਲਿਆ। ਜੋ ਕੜਾਹੀ ਦਾ ਲੋਹੇ ਦਾ ਚੂਰਾ ਪਾਣੀ ਵਿੱਚ ਪਾਇਆ ਸੀ, ਉਹ ਲੰਬੇ ਸਰਕੰਡੇ ਜਿਹਾ ਘਾਹ ਦੇ ਰੂਪ ਵਿੱਚ ਯਮੁਨਾ ਨਦੀ ਦੇ ਕਿਨਾਰੇ ਉੱਪਰ ਉੱਗ ਗਿਆ। ਕੁਝ ਸਮੇਂ ਉਪਰੰਤ ਦੁਆਰਿਕਾ ਨਗਰੀ ਵਿੱਚ ਉਤਪਾਤ ਮੱਚਣ ਲੱਗਾ। ਛੋਟੀ-ਛੋਟੀ ਗੱਲ ਉੱਤੇ ਇੱਕ ਦੂਸਰੇ ਦਾ ਕਤਲ ਕਰਨ ਲੱਗੇ। ਆਪਸ ਵਿੱਚ ਵੈਰ ਵਿਰੋਧ ਵੱਧ ਗਿਆ। ਨਗਰ ਦੇ ਲੋਕਾਂ ਦੀ ਇਹ ਦਸ਼ਾ ਦੇਖ ਕੇ ਨਗਰੀ ਦੇ ਗਣਮਾਨੀ ਵਿਅਕਤੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਕੋਲ ਗਏ ਅਤੇ ਜੋ ਕੁਝ ਵੀ ਨਗਰੀ ਵਿੱਚ ਹੋ ਰਿਹਾ ਸੀ ਦੱਸਿਆ ਅਤੇ ਕਾਰਨ ਅਤੇ ਸਮਾਧਾਨ ਸ੍ਰੀ ਕ੍ਰਿਸ਼ਨ ਜੀ ਤੋਂ ਜਾਣਨ ਦੀ ਇੱਛਾ ਵਿਅਕਤ ਕੀਤੀ, ਕਿਉਂਕਿ ਸ੍ਰੀ ਕ੍ਰਿਸ਼ਨ ਜੀ ਯਾਦਵ ਅਤੇ ਪਾਂਡਵਾਂ ਦੇ ਅਧਿਆਤਮਿਕ ਗੁਰੂ ਸਨ। ਸੰਕਟ ਦਾ ਨਿਵਾਰਨ ਗੁਰੂਦੇਵ ਤੋਂ ਹੀ ਕਰਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਜੀ ਨੇ ਦੱਸਿਆ ਕਿ ਦੁਰਵਾਸ਼ਾ ਰਿਸ਼ੀ ਦਾ ਸ਼ਰਾਪ ਫਲ ਰਿਹਾ ਹੈ। ਸਮਾਧਾਨ ਹੈ ਕਿ ਨਰ ਯਾਨੀ ਮੇਲ ਯਾਦਵ ਚਾਹੇ ਅੱਜ ਦਾ ਜਨਮਿਆ ਵੀ ਲੜਕਾ ਕਿਉਂ ਨਾ ਹੋਵੇ, ਸਭ ਪ੍ਰਪਾਸ਼ ਖੇਤਰ ਜਿੱਥੇ ਉਸ ਕੜਾਹੀ ਦਾ ਚੂਰਨ ਪਾਇਆ ਸੀ ਜਾ ਕੇ ਯਮੁਨਾ ਵਿੱਚ ਇਸ਼ਨਾਨ ਕਰੋ, ਤੁਸੀਂ ਸ਼ਰਾਪ ਮੁਕਤ ਹੋ ਜਾਓਗੇ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 249। ਸਾਰੇ ਦੁਆਰਕਾ ਨਿਵਾਸੀਆਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਆਦੇਸ਼ ਦਾ ਪਾਲਣ ਕੀਤਾ। ਸਭ ਨਰ ਪ੍ਰਪਾਸ਼ ਖੇਤਰ ਵਿੱਚ ਸ਼ਰਾਪ ਮੁਕਤ ਹੋਣ ਦੇ ਉਦੇਸ਼ ਨਾਲ ਇਸ਼ਨਾਨ ਕਰਨ ਦੇ ਲਈ ਚਲੇ ਗਏ। ਰਿਸ਼ੀ ਦੁਰਵਾਸ਼ਾ ਦੇ ਸ਼ਰਾਪ ਦੇ ਕਾਰਨ ਸਾਰੇ ਯਾਦਵ ਸਮੂਹ ਬਣਾ ਕੇ ਇਕੱਠੇ ਹੋ ਗਏ। ਪਹਿਲਾਂ ਇਸ਼ਨਾਨ ਕੀਤਾ ਕਿ ਸ਼ਰਾਪ ਮੁਕਤ ਹੋਣ ਦੇ ਪਿੱਛੋਂ ਹੋ ਸਕਦਾ ਹੈ ਕਿ ਆਪਸੀ ਮਨ ਮੁਟਾਓ ਦੂਰ ਹੋ ਜਾਏ, ਪਰੰਤੂ ਐਸਾ ਕੁਝ ਨਹੀਂ ਹੋਇਆ। ਪਹਿਲਾਂ ਸਭ ਨੇ ਇਸ਼ਨਾਨ ਕੀਤਾ, ਫਿਰ ਆਪਸੀ ਗਾਲੀ ਗਲੋਚ ਸ਼ੁਰੂ ਹੋਇਆ। ਫਿਰ ਉਸ ਘਾਹ ਨੂੰ ਉਖਾੜ ਕੇ ਇੱਕ ਦੂਸਰੇ ਨੂੰ ਮਾਰਨ ਲੱਗੇ। ਜੋ ਘਾਹ ਯਾਨੀ ਸਰਕੰਡੇ ਲੋਹੇ ਦੀ ਕੜਾਹੀ ਦੇ ਚੂਰਨ ਨਾਲ ਉੱਗਿਆ ਸੀ, ਉਹ ਤਲਵਾਰ ਜਿਹਾ ਕੰਮ ਕਰਨ ਲੱਗਿਆ। ਸਰਕੰਡੇ ਨੂੰ ਮਾਰਦੇ ਹੀ ਸਿਰ ਧੜ ਤੋਂ ਅਲੱਗ ਹੋ ਕੇ ਗਿਰਨ ਲੱਗਾ। ਇਸ ਪ੍ਰਕਾਰ ਸਾਰੇ ਯਾਦਵ ਆਪਸ ਵਿੱਚ ਲੜ ਕੇ ਮ੍ਰਿਤਯੂ ਨੂੰ ਪ੍ਰਾਪਤ ਹੋ ਗਏ। ਕੁਝ 200-400 ਬਾਕੀ ਰਹਿ ਗਏ ਸਨ। ਉਸ ਹੀ ਸਮੇਂ ਸ੍ਰੀ ਕ੍ਰਿਸ਼ਨ ਜੀ ਵੀ ਉੱਥੇ ਪਹੁੰਚ ਗਏ। ਉਹਨਾਂ ਨੇ ਵੀ ਉਸ ਘਾਹ ਨੂੰ ਉਖਾੜਿਆ, ਉਸ ਦੇ ਲੋਹੇ ਦੇ ਮੂਸਲ ਬਣ ਗਏ। ਬਾਕੀ ਬਚੇ ਆਪਣੇ ਵੰਸ਼ਜਾਂ ਨੂੰ ਖੁਦ ਸ੍ਰੀ ਕ੍ਰਿਸ਼ਨ ਜੀ ਨੇ ਮੌਤ ਦੇ ਘਾਟ ਉਤਾਰਿਆ। ਇਸ ਦੇ ਪਿੱਛੋਂ ਸ੍ਰੀ ਕ੍ਰਿਸ਼ਨ ਜੀ ਇੱਕ ਰੁੱਖ ਦੇ ਨੀਚੇ ਵਿਸ਼ਰਾਮ ਕਰਨ ਲੱਗੇ।
ਇੰਨੇ ਵਿੱਚ ਦੇਵਯੋਗ ਤੋਂ ਉਹ ਬਲੀਆ ਨਾਮਕ ਭੀਲ, ਜਿਸ ਨੇ ਉਸ ਲੋਹੇ ਦੀ ਕੜਾਹੀ ਦੇ ਕੜੇ ਦਾ ਵਿਸ਼ਾਕਤ ਤੀਰ ਯਾਨੀ ਐਰੋ ਬਣਵਾਇਆ ਸੀ, ਉਸ ਹੀ ਤੀਰ ਨੂੰ ਲੈ ਕੇ ਸ਼ਿਕਾਰ ਖੋਜ ਵਿੱਚ ਉਸ ਸਥਾਨ ਉੱਤੇ ਆ ਗਿਆ ਜਿੱਥੇ ਸ੍ਰੀ ਕ੍ਰਿਸ਼ਨ ਜੀ ਵਿਸ਼ਰਾਮ ਕਰ ਰਹੇ ਸਨ। ਸ਼੍ਰੀ ਕ੍ਰਿਸ਼ਨ ਜੀ ਦੇ ਸੱਜੇ ਪੈਰ ਦੇ ਤਲੇ ਵਿੱਚ ਪਦਮ ਬਣਿਆ ਸੀ। ਉਸ ਵਿੱਚ 100 ਵਾਟ ਦੇ ਬੱਲਬ ਜਿਹੀ ਚਮਕ ਸੀ। ਰੁੱਖਾਂ ਦੇ ਝੁਰਮਟ ਨੀਚੇ ਤੱਕ ਲਟਕੀ ਸੀ। ਉਹਨਾਂ ਦੇ ਵਿਚਕਾਰ ਪਦਮ ਦੀ ਚਮਕ ਅਸਪਸ਼ਟ ਦਿਖ ਰਹੀ ਸੀ। ਬਾਲੀਆ ਭੀਲ ਨੇ ਸੋਚਿਆ ਕਿ ਇਹ ਹਿਰਨ ਦੀ ਅੱਖ ਦਿਖਾਈ ਦੇ ਰਹੀ ਹੈ, ਇਸ ਲਈ ਤੀਰ ਚਲਾ ਦਿੱਤਾ ਹਿਰਨ ਨੂੰ ਮਾਰਨ ਦੇ ਉਦੇਸ਼ ਨਾਲ। ਜਦੋਂ ਤੀਰ ਸ੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਲੱਗਿਆ ਤਾਂ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ, ਮਰ ਗਿਆ ਰੇ, ਮਰ ਗਿਆ। ਬਾਲੀਆ ਭੀਲ ਨੂੰ ਆਭਾਸ ਹੋਇਆ ਕਿ ਤੀਰ ਕਿਸੇ ਵਿਅਕਤੀ ਨੂੰ ਲੱਗ ਗਿਆ। ਦੌੜ ਕੇ ਗਿਆ ਤਾਂ ਦੇਖਿਆ ਦੁਆਰਿਕਾਧੀਸ਼ ਮਾਰੇ ਦਰਦ ਦੇ ਤੜਫ ਰਹੇ ਸਨ। ਬਾਲੀਆ ਨੇ ਕਿਹਾ ਕਿ ਹੇ ਮਹਾਰਾਜ, ਮੇਰੇ ਤੋਂ ਧੋਖੇ ਨਾਲ ਤੀਰ ਚੱਲ ਗਿਆ। ਆਪ ਦੇ ਪੈਰ ਦੀ ਚਮਕ ਨੂੰ ਮੈਂ ਹਿਰਨ ਦੀ ਅੱਖ ਜਾਣ ਕੇ ਤੀਰ ਮਾਰ ਦਿੱਤਾ। ਮੈਥੋਂ ਗਲਤੀ ਹੋ ਗਈ, ਖਿਮਾ ਕਰੋ ਮਹਾਰਾਜ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਤੇਰੇ ਤੋਂ ਕੋਈ ਗਲਤੀ ਨਹੀਂ ਹੋਈ ਹੈ, ਇਹ ਤੇਰਾ ਅਤੇ ਮੇਰਾ ਪਿਛਲੇ ਜਨਮ ਦਾ ਲੈਣ ਦੇਣ ਹੈ, ਉਹ ਮੈਂ ਚੁਕਾ ਦਿੱਤਾ ਹੈ। ਤੂੰ ਤ੍ਰੇਤਾਯੁਗ ਵਿੱਚ ਸੁਗਰੀਵ ਦਾ ਭਾਈ ਬਾਲੀ ਸੀ, ਮੈਂ ਰਾਮਚੰਦਰ ਪੁੱਤਰ ਦਸ਼ਰਥ ਸੀ। ਮੈਂ ਤੈਨੂੰ ਰੁੱਖ ਦੀ ਓਟ ਲੈ ਕੇ ਧੋਖੇ ਨਾਲ ਮਾਰਿਆ ਸੀ। ਉਹ ਅਦਲਾ ਬਦਲਾ ਯਾਨੀ ਟੀਟ ਫੋਰ ਟੈਟ ਪੂਰਾ ਕੀਤਾ ਹੈ। ਇਸ ਪ੍ਰਕਾਰ ਦੁਰਵਾਸ਼ਾ ਰਿਸ਼ੀ ਦੇ ਸ਼ਰਾਪ ਨਾਲ ਸਾਰੇ ਯਾਦਵ ਕੁਲ ਦਾ ਨਾਸ਼ ਹੋਇਆ। ਜੋ ਵਰਤਮਾਨ ਵਿੱਚ ਯਾਦਵ ਹਨ, ਉਹ ਹਨ ਜੋ ਉਸ ਸਮੇਂ ਮਾਤਾ ਦੇ ਗਰਭ ਵਿੱਚ ਸਨ, ਬਾਅਦ ਵਿੱਚ ਉਤਪੰਨ ਹੋਏ ਸਨ। ਸੂਖਸ਼ਮ ਵੇਦ ਵਿੱਚ ਲਿਖਿਆ ਹੈ, ਗਰੀਬ ਦੁਰਵਾਸ਼ਾ ਕੋਪੇ ਤਹਾਂ ਸਮਝ ਨਾ ਆਈ ਨੀਚ। 56 ਕਰੋੜ ਯਾਦਵ ਕਟੇ ਮਚੀ ਰੂਤਿਰ ਦੀ ਕੀਚ। ਸਰਲ ਅਰਥ, ਦੁਰਵਾਸ਼ਾ ਨੇ ਬੱਚਿਆਂ ਦੇ ਮਜ਼ਾਕ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਉਹਨਾਂ ਦੇ ਕੁਲ ਦਾ ਨਾਸ਼ ਕਰਨ ਦਾ ਸ਼ਰਾਪ ਦੇ ਦਿੱਤਾ। ਉਸ ਨੀਚ ਦੁਰਵਾਸਾ ਨੇ ਇਹ ਵੀ ਨਹੀਂ ਸੋਚਿਆ ਕਿ ਕਿਆ ਅਨਰਥ ਹੋ ਜਾਏਗਾ। ਗੱਲ ਕੁਝ ਵੀ ਨਹੀਂ ਸੀ। ਦੁਰਵਾਸਾ ਨੀਚ ਰਿਸ਼ੀ ਨੇ ਇੰਨਾ ਜ਼ੁਲਮ ਕਰ ਦਿੱਤਾ ਕਿ 56 ਕਰੋੜ ਯਾਦਵ ਕੱਟ ਕੇ ਮਰ ਗਏ ਅਤੇ ਰਕਤ ਵਹਿਣ ਨਾਲ ਚਿੱਕੜ ਬਣ ਗਿਆ। ਇਸ ਹੀ ਪ੍ਰਕਾਰ ਚੁਣਕ ਰਿਸ਼ੀ ਨੇ ਬੇਮਤਲਬ ਪੰਗਾ ਲੈ ਕੇ ਮਾਨਤਾਤਾ ਰਾਜਾ ਦੀ 72 ਕਰੋੜ ਸੈਨਾ ਦਾ ਨਾਸ਼ ਕਰ ਦਿੱਤਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 250। ਇੱਕ ਕਪਿਲ ਨਾਮ ਦੇ ਰਿਸ਼ੀ ਸਨ, ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ ਇੱਕ ਅਵਤਾਰ ਵੀ ਮੰਨਿਆ ਜਾਂਦਾ ਹੈ। ਉਹ ਤਪੱਸਿਆ ਕਰ ਰਹੇ ਸਨ। ਇੱਕ ਸੱਗੜ ਰਾਜਾ ਸੀ, ਉਸ ਦੇ 60,000 ਪੁੱਤਰ ਸਨ। ਕਿਸੇ ਰਿਸ਼ੀ ਨੇ ਦੱਸਿਆ ਕਿ ਜੇਕਰ ਇੱਕ ਤਲਾਬ, ਇੱਕ ਖੂਹ, ਇੱਕ ਬਗੀਚਾ ਬਣਾ ਦਿੱਤਾ ਜਾਏ ਤਾਂ ਇੱਕ ਕਸਮੇਘ ਯੱਗ ਜਿੰਨਾ ਫਲ ਮਿਲਦਾ ਹੈ। ਰਾਜਾ ਸੱਗੜ ਦੇ ਲੜਕਿਆਂ ਨੇ ਇਹ ਕਾਰਜ ਸ਼ੁਰੂ ਕਰ ਦਿੱਤਾ। ਸਮਝਦਾਰ ਵਿਅਕਤੀਆਂ ਨੇ ਉਹਨਾਂ ਨੂੰ ਕਿਹਾ ਕਿ ਆਪ ਇਸ ਤਰ੍ਹਾਂ ਜਗ੍ਹਾ ਜਗ੍ਹਾ ਤਲਾਬ, ਖੂਹ, ਬਗੀਚੇ ਬਣਾਓਗੇ ਤਾਂ ਪ੍ਰਿਥਵੀ ਉੱਪਰ ਅੰਨ ਉਤਪੰਨ ਕਰਨ ਦੇ ਲਈ ਸਥਾਨ ਹੀ ਨਹੀਂ ਰਹੇਗਾ। ਕਿਸੇ ਰਾਜਾ ਨੇ ਵਿਰੋਧ ਕਰ ਦਿੱਤਾ ਤਾਂ ਲੜਾਈ ਕਰ ਲਈ। ਉਸ ਰਾਜ ਸੱਗੜ ਦੇ ਲੜਕਿਆਂ ਨੇ ਇੱਕ ਘੋੜਾ ਆਪਣੇ ਨਾਲ ਲਿਆ। ਉਸ ਦੇ ਗਲੇ ਵਿੱਚ ਪੱਤਰ ਲਿਖ ਕੇ ਬੰਨ੍ਹ ਦਿੱਤਾ ਕਿ ਜੇਕਰ ਕੋਈ ਸਾਡੇ ਕਾਰਜ ਵਿੱਚ ਰੁਕਾਵਟ ਬਣੇਗਾ, ਉਹ ਇਸ ਘੋੜੇ ਨੂੰ ਫੜ ਲਵੇ ਅਤੇ ਯੁੱਧ ਦੇ ਲਈ ਤਿਆਰ ਹੋ ਜਾਵੇ। ਉਹਨਾਂ ਸਿਰ ਫੇਰਾਂ ਨਾਲ ਕੌਣ ਟੱਕਰ ਲਵੇ। ਪ੍ਰਿਥਵੀ ਦੇਵੀ ਭਗਵਾਨ ਵਿਸ਼ਨੂੰ ਜੀ ਦੇ ਕੋਲ ਗਈ। ਇੱਕ ਗਾਂ ਦਾ ਰੂਪ ਧਾਰਨ ਕਰਕੇ ਕਿਹਾ ਕਿ ਹੇ ਭਗਵਾਨ, ਪ੍ਰਿਥਵੀ ਉੱਪਰ ਇੱਕ ਸੱਗੜ ਰਾਜਾ ਹੈ। ਉਸ ਦੇ 60,000 ਪੁੱਤਰ ਹਨ। ਉਹਨਾਂ ਨੂੰ ਐਸੀ ਸਿਰ ਉੱਠੀ ਹੈ ਕਿ ਮੈਨੂੰ ਖੋਦ ਲਿਆ। ਉੱਥੇ ਮਨੁੱਖਾਂ ਦੇ ਖਾਣੇ ਦੇ ਲਈ ਅੰਨ ਵੀ ਉਤਪੰਨ ਨਹੀਂ ਹੋ ਸਕਦਾ। ਭਗਵਾਨ ਵਿਸ਼ਨੂੰ ਨੇ ਦੇਵਰਾਜ ਇੰਦਰ ਨੂੰ ਬੁਲਾਇਆ ਅਤੇ ਸਮਝਾਇਆ ਕਿ ਰਾਜਾ ਸੱਗੜ ਦੇ 60,000 ਲੜਕੇ ਯੱਗ ਕਰ ਰਹੇ ਹਨ। ਜੇਕਰ ਉਹਨਾਂ ਦੀ 100 ਯੱਗ ਪੂਰੀ ਹੋ ਗਈ ਤਾਂ ਤੁਹਾਡੀ ਇੰਦਰ ਗੱਦੀ ਉਹਨਾਂ ਨੂੰ ਦੇਣੀ ਪਊਗੀ। ਸਮੇਂ ਰਹਿੰਦੇ ਕੁਝ ਬਣਦਾ ਹੈ ਤਾਂ ਕਰ ਲੈ। ਇੰਦਰ ਨੇ ਹਲਕਾਰੇ ਅਰਥਾਤ ਆਪਣੇ ਸਭ ਨੌਕਰ ਭੇਜੇ। ਉਹਨਾਂ ਨੂੰ ਸਭ ਸਮਝਾ ਦਿੱਤਾ। ਰਾਤ ਦੇ ਸਮੇਂ ਰਾਜਾ ਸੱਗੜ ਦੇ ਪੁੱਤਰ ਸੁੱਤੇ ਪਏ ਸਨ। ਘੋੜਾ ਰੁੱਖ ਨਾਲ ਬੰਨ੍ਹ ਰੱਖਿਆ ਸੀ। ਉਹਨਾਂ ਦੇਵਰਾਜ ਦੇ ਫਰਿਸ਼ਤਿਆਂ ਨੇ ਘੋੜਾ ਖੋਲ ਕੇ ਕਪਿਲ ਤਪਸਵੀ ਦੀ ਜਾਂਘ ਨਾਲ ਬੰਨ੍ਹ ਦਿੱਤਾ। ਕਪਿਲ ਰਿਸ਼ੀ ਕਈ ਸਾਲਾਂ ਤੋਂ ਤਪੱਸਿਆਰਤ ਸੀ, ਜਿਸ ਕਾਰਨ ਕਰਕੇ ਉਸ ਦਾ ਸਰੀਰ ਅਸਥੀ ਪਿੰਜਰ ਜਿਹਾ ਹੋ ਗਿਆ ਸੀ। ਆਸਣ ਪਦਮ ਲਗਾਏ ਹੋਏ ਸੀ। ਟੰਗਾਂ ਪਤਲੀਆਂ ਪਤਲੀਆਂ ਸਨ, ਜਿਵੇਂ ਰੁੱਖ ਦੀਆਂ ਜੜ੍ਹਾਂ ਦੀ ਮਿੱਟੀ ਵਰਖਾ ਦੇ ਪਾਣੀ ਨਾਲ ਵਹਿ ਜਾਂਦੀਆਂ ਸੀ ਅਤੇ ਜੜ੍ਹਾਂ ਦੇ ਵਿਚਾਲੇ 6 ਜਾਂ 7 ਇੰਚ ਦਾ ਰਸਤਾ ਹੋ ਜਾਂਦਾ ਹੈ। ਰਿਸ਼ੀ ਕਪਿਲ ਜੀ ਦੀਆਂ ਟੰਗਾਂ ਐਸੀਆਂ ਸਨ
ਇੰਦਰ ਦੇ ਹਲਕਾਰਾਂ ਨੇ ਘੋੜਿਆਂ ਨੂੰ ਟੰਗਾਂ ਦੇ ਵਿਚਾਲੇ ਦੇ ਰਸਤੇ ਜਾਂਗ ਦੇ ਕੋਲ ਰੱਸੇ ਨਾਲ ਬੰਨ੍ਹ ਦਿੱਤਾ। ਰਾਜਾ ਦੇ ਲੜਕਿਆਂ ਨੇ ਸਵੇਰੇ ਉੱਠਦੇ ਹੀ ਘੋੜਾ ਦੇਖਿਆ। ਉਸ ਦੀ ਖੋਜ ਵਿੱਚ ਯੁੱਧ ਕਰਨ ਦੀ ਤਿਆਰੀ ਕਰਕੇ 60,000 ਦਾ ਲੰਗਾਰ ਚੱਲ ਪਿਆ। ਘੋੜੇ ਦੇ ਪੱਗ ਚਿੰਨ੍ਹਾਂ ਦੇ ਨਾਲ ਕਪਿਲ ਮੁਨੀ ਦੇ ਆਸ਼ਰਮ ਪਹੁੰਚ ਗਏ। ਘੋੜੇ ਨੂੰ ਬੰਨੇ ਦੇਖ ਕੇ ਸੱਗੜ ਰਾਜਾ ਦੇ ਪੁੱਤਰਾਂ ਨੇ ਰਿਸ਼ੀ ਦੀ ਹੀ ਕਾਖ ਵਿੱਚ ਯਾਨੀ ਦੋਨੋਂ ਬਾਹਾਂ ਦੇ ਨੀਚੇ ਕੱਛਾਂ ਵਿੱਚ ਹਰਿਆਣਵੀ ਭਾਸ਼ਾ ਵਿੱਚ ਇੰਕ ਕਹਿੰਦੇ ਹਨ ਭਾਲੇ ਚੁਬੋ ਦਿੱਤੇ, ਭਾਲੇ ਚੁਬੋ ਦਿੱਤੇ। ਕਪਿਲ ਰਿਸ਼ੀ ਦੀਆਂ ਪਲਕਾਂ ਇੰਨੀਆਂ ਲੰਬੀਆਂ ਵੱਧ ਚੁੱਕੀਆਂ ਸਨ ਕਿ ਜ਼ਮੀਨ ਉੱਤੇ ਟਿਕੀਆਂ ਹੋਈਆਂ ਸਨ। ਰਿਸ਼ੀ ਨੂੰ ਪੀੜਾ ਹੋਈ ਤਾਂ ਕ੍ਰੋਧਵਸ਼ ਪਲਕਾਂ ਨੂੰ ਹੱਥਾਂ ਨਾਲ ਚੁੱਕਿਆ। ਅੱਖਾਂ ਤੋਂ ਅਗਨੀ ਬਾਣ ਛੁੱਟੇ। 60,000 ਸੱਗੜ ਦੇ ਪੁੱਤਰਾਂ ਦੀ ਪੂਲੀ ਜਿਹੀ ਵਿੱਚ ਗਈ, ਅਰਥਾਤ 60,000 ਸੱਗੜ ਦੇ ਬੇਟੇ ਮਰ ਕੇ ਢੇਰ ਹੋ ਗਏ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ 60,000 ਸੱਗੜ ਕੇ ਹੋਤੇ ਕਪਿਲ ਮੁਨੀश्वर ਖਾਏ, ਜੈ ਪਰਮੇਸ਼ਵਰ ਕੀ ਕਰੇ ਭਗਤੀ ਤੋ ਅਜਰ ਅਮਰ ਹੋ ਜਾਏ। 72 कछौनी खा गया चुणक ऋषि वरेक, देह तारे जोरा फिरै सभी काल के पेख। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा, पन्ना नंबर 251। दुर्वाशा कोपे तहां समझ न आई नीच, 56 करोड़ यादव कटे मची रूतिर की कीच। ਭਾਵ ਅਰਥ ਕਪਿਲ ਮੁਨੀ ਜੀ, ਚੁਣਕ ਮੁਨੀ ਜੀ ਅਤੇ ਦੁਰਵਾਸ਼ਾ ਮੁਨੀ ਜੀ ਸੰਸਾਰ ਵਿੱਚ ਕਿੰਨੇ ਪ੍ਰਸਿੱਧ ਹਨ। ਇਹ ਸਭ ਕਾਲ ਬ੍ਰਹਮ ਦੀ ਭਗਤੀ ਕਰਨ ਵਾਲੇ ਪੇਸ਼ਤਾਰੀ ਰਿਸ਼ੀ ਹਨ। ਇਹ ਚਲਦੀ ਫਿਰਦੀ ਮੌਤ ਸੀ। ਚਲਦੀ ਫਿਰਦੀ ਮੌਤ ਮਨੁੱਖ ਰੂਪ ਵਿੱਚ ਕਾਲ ਹਨ। ਕਾਲ ਇੱਕ ਮਿੱਟੀ ਦੇ ਛੋਟੇ ਮਟਕੇ ਨੂੰ ਤਾਂਤਰਿਕ ਵਿਧੀਆਂ ਨਾਲ ਆਕਾਸ਼ ਵਿੱਚ ਉੱਡਾ ਕੇ ਦੁਸ਼ਮਣ ਉੱਤੇ ਛੱਡਦਾ ਹੈ। ਉਸ ਨਾਲ ਬਹੁਤ ਹਾਨੀ ਹੁੰਦੀ ਹੈ। ਗਲਤੀ ਨਾਲ ਭੋਲੇ ਪ੍ਰਾਣੀ ਇਹਨਾਂ ਨੂੰ ਮਹਾਨ ਆਤਮਾ ਮੰਨਦੇ ਹਨ। ਇਹ ਸਭ ਗਿਆਨੀ ਸਨ, ਇਹ ਸਭ ਉਦਾਰ ਹਿਰਦੇ ਦੇ ਸਨ। ਇਹਨਾਂ ਨੇ ਪਰਮਾਤਮਾ ਪ੍ਰਾਪਤੀ ਦੇ ਲਈ ਆਪਣਾ ਕਲਿਆਣ ਕਰਾਉਣ ਦੇ ਲਈ ਤਨ ਮਨ ਧਨ ਅਰਪਿਤ ਕਰ ਦਿੱਤਾ। ਪਰੰਤੂ ਤਤਵਦਰਸ਼ੀ ਸੰਤ ਨਾ ਮਿਲਣ ਦੇ ਕਾਰਨ ਇਹਨਾਂ ਨੇ ਕਾਲ ਬ੍ਰਹਮ ਨੂੰ ਇੱਕ ਸਮਰੱਥ ਪ੍ਰਭੂ ਮੰਨ ਕੇ ਗਲਤੀ ਕੀਤੀ ਅਤੇ ਉਸ ਦੀ ਸਾਧਨਾ ਓਮ ਨਾਮ ਦੇ ਜਾਪ ਦੇ ਨਾਲ ਅਤੇ ਅਧਿਕ ਹਠਯੋਗ ਸਮਾਧੀ ਦੇ ਦੁਆਰਾ ਕੀਤੀ, ਜਿਸ ਨਾਲ ਪਰਮਾਤਮਾ ਪ੍ਰਾਪਤੀ ਤਾਂ ਹੈ ਹੀ ਨਹੀਂ, ਉਲਟਾ ਹਾਨੀ ਹੁੰਦੀ ਹੈ, ਕਿਉਂਕਿ ਉਹ ਸਾਧਨਾ ਸ਼ਾਸਤਰ ਵਿਰੁੱਧ ਹੈ। ਗੀਤਾ ਅਧਿਆਇ 16 ਸ਼ਲੋਕ 23 ਅਤੇ 24 ਵਿੱਚ ਕਿਹਾ ਹੈ ਕਿ ਸ਼ਾਸਤਰ ਵਿਧੀ ਨੂੰ ਤਿਆਗ ਕੇ ਜੋ ਮਨ ਮੁਖੀ ਆਚਰਣ ਕਰਦੇ ਹਨ ਉਹਨਾਂ ਦੀ ਸਾਧਨਾ ਬੇਅਰਥ ਹੈ। ਉਹ ਉਦਾਰ ਆਤਮਾਵਾਨ ਇਸ ਹੀ ਕਾਰਨ ਕਾਲ ਦੀ ਅਣਉੱਤਮ ਗਤੀ ਵਿੱਚ ਸਥਿਤ ਰਹੇ। ਜੋ ਮਨੁੱਖ ਸ਼ਾਸਤਰ ਵਿਧੀ ਰਹਿਤ ਕੇਵਲ ਮਨ ਕਲਪ ਅਤੇ ਘੋਰ ਤਪ ਨੂੰ ਤਪਦੇ ਹਨ ਅਤੇ ਦੰਭ ਅਹੰਕਾਰ ਨਾਲ ਯੁਕਤ, ਕਾਮਨਾ ਆਸਕਤ ਅਭਿਮਾਨ ਨਾਲ ਯੁਕਤ। ਗੀਤਾ ਅਧਿਆਇ 17 ਸ਼ਲੋਕ 5 ਸਰੀਰ ਵਿੱਚ ਸਥਿਤ ਸਾਰੇ ਕਮਲਾਂ ਵਿੱਚ ਦੇਵ ਸ਼ਕਤੀਆਂ ਅਤੇ ਪੂਰਨ ਪਰਮਾਤਮਾ ਅਤੇ ਮੈਨੂੰ ਵੀ ਕ੍ਰਸ਼ ਕਰਨ ਵਾਲੇ ਅਰਥਾਤ ਕਸ਼ਟ ਦੇਣ ਵਾਲੇ ਅਗਿਆਨੀਆਂ ਨੂੰ ਤੂੰ ਅਸੁਰ ਸੁਭਾਅ ਦੇ ਜਾਣ। ਗੀਤਾ ਅਧਿਆਇ 17 ਸ਼ਲੋਕ 6। ਇਹ ਪ੍ਰਮਾਣ ਗੀਤਾ ਅਧਿਆਇ 16 ਸ਼ਲੋਕ 17 ਤੋਂ 20 ਵਿੱਚ ਹੈ। ਉਹ ਆਪਣੇ ਆਪ ਨੂੰ ਸ਼੍ਰੇਸ਼ਠ ਮੰਨਣ ਵਾਲੇ ਕਮੰਡੀ ਪੁਰਸ਼ ਧਨ ਅਤੇ ਮੰਨ ਕੇ ਮਦ ਨਾਲ ਯੁਕਤ ਹੋ ਕੇ ਕੇਵਲ ਨਾਮ ਮਾਤਰ ਯਗਾਨ ਦੁਆਰਾ ਪਾਖੰਡ ਨਾਲ ਸ਼ਾਸਤਰ ਵਿਧੀ ਰਹਿਤ ਪੂਜਨ ਕਰਦੇ ਹਨ। ਗੀਤਾ ਅਧਿਆਇ 16 ਸ਼ਲੋਕ 17। ਹੰਕਾਰ, ਬਲ, ਕਮੰਡ, ਕਾਮਨਾ, ਕ੍ਰੋਧ ਆਦਿ ਦੇ ਵਸ਼ ਅਤੇ ਦੂਸਰਿਆਂ ਦੀ ਨਿੰਦਾ ਕਰਨ ਵਾਲੇ ਪੁਰਸ਼ ਆਪਣੇ ਅਤੇ ਦੂਸਰਿਆਂ ਦੇ ਸਰੀਰ ਵਿੱਚ ਸਥਿਤ ਮੇਰੇ ਨਾਲ ਦਵੈਸ਼ ਕਰਨ ਵਾਲੇ ਹੁੰਦੇ ਹਨ। ਗੀਤਾ ਅਧਿਆਇ 16 ਸ਼ਲੋਕ 18। ਉਹਨਾਂ ਦਵੈਸ਼ ਕਰਨ ਵਾਲੇ ਪਾਪਾਚੀਰ ਕੁਰਕਰਮੀ ਜੋ ਬਚਨ ਨਾਲ ਕਰੋੜਾਂ ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਨਰਾਦਮੋ ਅਰਥਾਤ ਨੀਚ ਮਨੁੱਖਾਂ ਨੂੰ ਮੈਂ ਇਸ ਸੰਸਾਰ ਵਿੱਚ ਵਾਰ-ਵਾਰ ਅਸੁਰੀ ਅਰਥਾਤ ਰਾਖਸ਼ੀ ਜ਼ੂਨੀਆਂ ਵਿੱਚ ਹੀ ਪਾਉਂਦਾ ਹਾਂ। ਗੀਤਾ ਅਧਿਆਇ 16 ਸ਼ਲੋਕ 19। ਸੂਖਸ਼ਮ ਵੇਦ ਵਿੱਚ ਵੀ ਨੀਚ ਕਿਹਾ ਹੈ। ਦੁਰਵਾਸ਼ਾ ਕੋਪੇ ਤਹਾਂ ਸਮਝ ਨਾ ਆਈ ਨੀਚ, 56 ਕਰੋੜ ਯਾਦਵ ਕਟੇ ਮਚੀ ਰੁਦੀਰ ਕੀ ਕੀਚ। ਹੇ ਅਰਜੁਨ, ਉਹ ਮੂਰਖ ਮੈਨੂੰ ਨਾ ਪ੍ਰਾਪਤ ਹੋ ਕੇ ਹੀ ਜਨਮ ਜਨਮ ਵਿੱਚ ਅਸੁਰ ਜ਼ੂਨੀਆਂ ਨੂੰ ਪ੍ਰਾਪਤ ਹੁੰਦੇ ਹਨ, ਉਸ ਨਾਲ ਵੀ ਅਤੀ ਨੀਚ ਗਤੀ ਨੂੰ ਪ੍ਰਾਪਤ ਹੁੰਦੇ ਹਨ ਅਰਥਾਤ ਘੋਰ ਨਰਕ ਵਿੱਚ ਡਿੱਗਦੇ ਹਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 252। ਉਪਰੋਕਤ ਪ੍ਰਮਾਣਾਂ ਤੋਂ ਸਿੱਧ ਹੋਇਆ ਕਿ ਗੀਤਾ ਅਧਿਆਇ 7 ਸ਼ਲੋਕ 18 ਵਿੱਚ ਗੀਤਾ ਗਿਆਨ ਦਾਤਾ ਨੇ ਆਪਣੀ ਸਾਧਨਾ ਨਾਲ ਹੋਣ ਵਾਲੀ ਗਤੀ ਨੂੰ ਵੀ ਇਸ ਲਈ ਅਣਉੱਤਮ ਅਰਥਾਤ ਘਟੀਆ ਦੱਸਿਆ ਹੈ। ਕਿਹਾ ਹੈ ਕਿ ਗੀਤਾ ਅਧਿਆਇ 7 ਸ਼ਲੋਕ 18 ਗੀਤਾ ਗਿਆਨ ਦਾਤਾ ਨੇ ਕਿਹਾ ਹੈ ਕਿ ਜੋ ਚੌਥੀ ਪ੍ਰਕਾਰ ਦੇ ਗਿਆਨੀ ਸਾਧਕ ਹਨ ਉਹ ਸਭ ਹਨ ਤਾਂ ਉਦਾਰ, ਕਿਉਂਕਿ ਪਰਮਾਤਮਾ ਪ੍ਰਾਪਤੀ ਦੇ ਲਈ ਆਪਣੇ ਸਰੀਰ ਦੇ ਨਸ਼ਟ ਹੋਣ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਹਜ਼ਾਰਾਂ ਸਾਲ ਭੁੱਖੇ ਪਿਆਸੇ ਸਾਧਨਰਤ ਰਹੇ।
परंतु तत्वदर्शी संत ना मिलन दे कारण ਉਹ ਸਭ ਮੇਰੀ ਅਣੋਤਮ ਅਰਥਾਤ ਘਟੀਆ ਗਤੀ ਅਰਥਾਤ ਬ੍ਰਹਮ ਸਾਧਨਾ ਨਾਲ ਹੋਣ ਵਾਲੇ ਮੋਕਸ਼ ਜੋ ਉੱਪਰ ਰਿਸ਼ੀਆਂ ਨੂੰ ਹੋਇਆ ਉਸ ਵਿੱਚ ਸਥਿਤ ਰਹੇ ਅਰਥਾਤ ਜਨਮ ਮਰਨ 84 ਲੱਖ ਜ਼ੁਨੀਆਂ ਦੇ ਚੱਕਰ ਵਾਲੀ ਗਤੀ ਵਿੱਚ ਰਹਿ ਗਏ। ਗੀਤਾ ਅਧਿਆਇ 7 ਸ਼ਲੋਕ 18। ਨਤੀਜਾ ਚੁਣਕ ਰਿਸ਼ੀ ਦੁਰਵਾਸ਼ਾ ਰਿਸ਼ੀ ਅਤੇ ਕਪਿਲ ਰਿਸ਼ੀ ਨੇ ਜੋ ਓਮ ਨਾਮ ਜਾਪ ਕੀਤਾ ਉਸ ਦੀ ਭਗਤੀ ਦੇ ਫਲ ਸਵਰੂਪ ਇਹ ਕੁਝ ਸਮਾਂ ਬ੍ਰਹਮ ਲੋਕ ਵਿੱਚ ਜਾਣਗੇ। ਉੱਥੇ ਭਗਤੀ ਸਮਾਪਤ ਕਰਕੇ ਫਿਰ ਪ੍ਰਥਵੀ ਤੇ ਰਾਜਾ ਬਣਨਗੇ ਕਿਉਂਕਿ ਸੂਖਸ਼ਮ ਵੇਦ ਵਿੱਚ ਲਿਖਿਆ ਹੈ ਤਪ ਸੇ ਰਾਜ ਮਦ ਮਾਨਮ ਜਨਮ ਤੀਸਰੇ ਸ਼ੁਕਰ ਸਵਾਨਮ। ਫਿਰ ਕੁੱਤਾ ਗਧਾ ਬਣਨਗੇ ਫਿਰ ਨਰਕ ਜਾਣਗੇ। ਜਦੋਂ ਕੁੱਤਾ ਬਣਨਗੇ ਉਦੋਂ ਇਹਨਾਂ ਦੇ ਸਿਰ ਵਿੱਚ ਕੀੜੇ ਪੈਣਗੇ। ਜੋ ਵਿਅਕਤੀ ਇਹਨਾਂ ਦੇ ਸਰਾਪ ਨਾਲ ਮਰੇ ਸਨ ਉਹਨਾਂ ਦਾ ਪਾਪ ਇਹਨਾਂ ਨੂੰ ਭੋਗਣਾ ਪਵੇਗਾ। ਕੀੜੇ ਇਹਨਾਂ ਦਾ ਮਾਸ ਚੁਣ ਕੇ ਖਾਣਗੇ। ਇਸ ਲਈ ਗੀਤਾ ਵਿੱਚ ਵੀ ਅਜਿਹੇ ਸਾਧਕ ਦੇ ਵਿਸ਼ੇ ਵਿੱਚ ਜੋ ਦੱਸਿਆ ਹੈ ਉਹ ਆਪ ਜੀ ਨੇ ਉੱਪਰ ਪੜ੍ਹ ਲਿਆ ਹੈ। ਉਪਰੋਕਤ ਕਥਾਵਾਂ ਤੋਂ ਸਾਰੰਸ਼। ਨੰਬਰ 1 ਬ੍ਰਹਮ ਸਾਧਨਾ ਅਨੋਤਮ ਯਾਨੀ ਘਟੀਆ ਹੈ। ਨੰਬਰ 2 ਤਿੰਨ ਤਾਪ ਨੂੰ ਸ੍ਰੀ ਕ੍ਰਿਸ਼ਨ ਜੀ ਵੀ ਸਮਾਪਤ ਨਹੀਂ ਕਰ ਸਕੇ। ਸ਼ਰਾਪ ਦੇਣਾ ਤਿੰਨ ਤਾਪ ਯਾਨੀ ਦੈਵਿਕ ਤਾਪ ਵਿੱਚ ਆਉਂਦਾ ਹੈ। ਦੁਰਵਾਸ਼ਾ ਦੇ ਸ਼ਰਾਪ ਦੇ ਸ਼ਿਕਾਰ ਖੁਦ ਸ੍ਰੀ ਕ੍ਰਿਸ਼ਨ ਸਹਿਤ ਸਾਰੇ ਵੀ ਹੋ ਗਏ। ਨੰਬਰ 3 ਸ੍ਰੀ ਕ੍ਰਿਸ਼ਨ ਜੀ ਨੇ ਸ਼ਰਾਪ ਮੁਕਤ ਹੋਣ ਦੇ ਲਈ ਯਮੁਨਾ ਵਿੱਚ ਇਸ਼ਨਾਨ ਕਰਨ ਦੇ ਲਈ ਕਿਹਾ। ਇਹ ਸਮਾਧਾਨ ਦੱਸਿਆ ਸੀ ਉਸ ਨਾਲ ਸ਼ਰਾਪ ਨਾਸ਼ ਤਾਂ ਹੋਇਆ ਨਹੀਂ ਯਾਦਵਾਂ ਦਾ ਨਾਸ਼ ਜ਼ਰੂਰ ਹੋ ਗਿਆ। ਵਿਚਾਰ ਕਰੋ ਜੋ ਹੋਰ ਸੰਤ ਜਾਂ ਬ੍ਰਾਹਮਣ ਜੋ ਐਸਾ ਇਸ਼ਨਾਨ ਜਾਂ ਤੀਰਥ ਕਰਨ ਨਾਲ ਸੰਕਟ ਮੁਕਤ ਕਰਨ ਦੀ ਰਾਏ ਦਿੰਦੇ ਹਨ ਉਹ ਕਿੰਨੀ ਕਾਰਗਰ ਹਨ ਅਰਥਾਤ ਬੇਅਰਥ ਹਨ ਕਿਉਂਕਿ ਜਦੋਂ ਭਗਵਾਨ ਤਿਰਲੋਕੀਨਾਥ ਦੁਆਰਾ ਦੱਸੇ ਸਮਾਧਾਨ ਯਮੁਨਾ ਇਸ਼ਨਾਨ ਨਾਲ ਕੁਝ ਲਾਭ ਨਹੀਂ ਹੋਇਆ ਤਾਂ ਹੋਰ ਟਟਪੁੰਜੀਓ ਬ੍ਰਾਹਮਣ ਗੁਰੂਆਂ ਦੁਆਰਾ ਦੱਸੇ ਇਸ਼ਨਾਨ ਆਦਿ ਸਮਾਧਾਨ ਨਾਲ ਕੁਝ ਹੋਣ ਵਾਲਾ ਨਹੀਂ ਹੈ। ਨੰਬਰ 4 ਪਹਿਲਾਂ ਸ੍ਰੀ ਕ੍ਰਿਸ਼ਨ ਜੀ ਨੇ ਦੁਰਵਾਸ਼ਾ ਦੇ ਸ਼ਰਾਪ ਤੋਂ ਬਚਾਓ ਦਾ ਤਰੀਕਾ ਦੱਸਿਆ ਸੀ। ਉਸ ਕੜਾਹੀ ਨੂੰ ਕਿਸਾ ਕੇ ਚੂਰਨ ਬਣਾ ਕੇ ਪ੍ਰਪਾਸ਼ ਖੇਤਰ ਵਿੱਚ ਯਮੁਨਾ ਨਦੀ ਵਿੱਚ ਪਾ ਦੇਵੋ। ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸੁਰੀ। ਬਾਂਸ ਵੀ ਰਹਿ ਗਿਆ 56 ਕਰੋੜ ਯਾਦਵਾਂ ਦੀ ਬੰਸੁਰੀ ਵੀ ਵੱਜ ਗਈ। ਸੱਜਣੋ ਵਰਤਮਾਨ ਵਿੱਚ ਬੁੱਧੀਮਾਨ ਮਾਨਵ ਹੈ ਸਿੱਖਿਅਤ ਹੈ। ਮੇਰੇ ਦੁਆਰਾ ਯਾਨੀ ਸੰਤ ਰਾਮਪਾਲ ਦਾਸ ਦੁਆਰਾ ਦੱਸੇ ਗਿਆਨ ਨੂੰ ਸ਼ਾਸਤਰ ਨਾਲ ਮਿਲਾਓ ਫਿਰ ਭਗਤੀ ਕਰਕੇ ਦੇਖੋ ਕੀ ਕਮਾਲ ਹੁੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 253। ਪ੍ਰਸੰਗ ਅੱਗੇ ਚਲਾਉਂਦੇ ਹਾਂ। ਨੰਬਰ 1 ਤਿੰਨੋਂ ਗੁਣ ਯਾਨੀ ਰਜਗੁਣ ਬ੍ਰਹਮਾ ਜੀ ਸਤਗੁਣ ਵਿਸ਼ਨੂੰ ਜੀ ਅਤੇ ਤਮਗੁਣ ਸ਼ਿਵ ਜੀ ਦੀ ਭਗਤੀ ਕਰਨਾ ਬੇਅਰਥ ਸਿੱਧ ਹੋਇਆ। ਨੰਬਰ 2 ਗੀਤਾ ਗਿਆਨ ਦਾਤਾ ਬ੍ਰਹਮ ਦੀ ਭਗਤੀ ਖੁਦ ਗੀਤਾ ਗਿਆਨ ਦਾਤਾ ਨੇ ਗੀਤਾ ਅਧਿਆਇ 7 ਸ਼ਲੋਕ 18 ਵਿੱਚ ਅਨੋਤਮ ਦੱਸੀ ਹੈ। ਉਸਨੇ ਗੀਤਾ ਅਧਿਆਇ 18 ਸ਼ਲੋਕ 62 ਵਿੱਚ ਉਸ ਪਰਮੇਸ਼ਵਰ ਅਰਥਾਤ ਪਰਮ ਅਕਸ਼ਰ ਬ੍ਰਹਮ ਦੀ ਸ਼ਰਨ ਵਿੱਚ ਜਾਣ ਨੂੰ ਕਿਹਾ ਹੈ। ਇਹ ਵੀ ਕਿਹਾ ਹੈ ਕਿ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਪਰਮ ਸ਼ਾਂਤੀ ਅਤੇ ਸਨਾਤਨ ਪਰਮਧਾਮ ਨੂੰ ਪ੍ਰਾਪਤ ਹੋਏਗਾ। ਨੰਬਰ 3 ਗੀਤਾ ਅਧਿਆਇ 15 ਸ਼ਲੋਕ 1 ਤੋਂ 4 ਵਿੱਚ ਸੰਸਾਰ ਰੂਪੀ ਰੁੱਖ ਦਾ ਵਰਣਨ ਹੈ ਅਤੇ ਤਤਵਦਰਸ਼ੀ ਸੰਤ ਦੀ ਪਹਿਚਾਣ ਵੀ ਦੱਸੀ ਹੈ। ਸੰਸਾਰ ਰੂਪੀ ਰੁੱਖ ਦੇ ਸਭ ਹਿੱਸੇ ਜੜ ਯਾਨੀ ਮੂਲ ਕੌਣ ਪਰਮੇਸ਼ਵਰ ਹੈ, ਤਣਾ ਕੌਣ ਪ੍ਰਭੂ ਹੈ, ਸ਼ਾਖਾਵਾਂ ਕੌਣ ਦੇਵਤਾ ਹਨ, ਪੱਤੇ ਰੂਪ ਸੰਸਾਰ ਦੱਸਿਆ ਹੈ। ਇਸ ਹੀ ਅਧਿਆਇ 15 ਸ਼ਲੋਕ 16 ਵਿੱਚ ਸਪਸ਼ਟ ਕੀਤਾ ਹੈ ਕਿ ਨੰਬਰ 1 ਛਰ ਪੁਰਸ਼ ਇਹ ਇੱਕ ਹੀ ਬ੍ਰਹਿਮੰਡ ਦਾ ਪ੍ਰਭੂ ਹੈ। ਇਸ ਬ੍ਰਹਮ ਕਾਲ ਬ੍ਰਹਮ ਜੋਤੀ ਨਿਰੰਜਨ ਵੀ ਕਿਹਾ ਜਾਂਦਾ ਹੈ। ਇਹ ਨਾਸ਼ਵਾਨ ਅਸੀਂ ਇਸ ਦੇ ਲੋਕ ਵਿੱਚ ਰਹਿ ਰਹੇ ਹਨ। ਅਸੀਂ ਇਸ ਦੇ ਲੋਕ ਤੋਂ ਮੁਕਤ ਹੋਣਾ ਹੈ ਅਤੇ ਆਪਣੇ ਪਰਮਾਤਮਾ ਕਬੀਰ ਜੀ ਦੇ ਕੋਲ ਸਤਲੋਕ ਵਿੱਚ ਜਾਣਾ ਹੈ। ਨੰਬਰ 2 ਅਕਸ਼ਰ ਪੁਰਸ਼ ਇਹ ਸੱਤ ਸੰਖ ਬ੍ਰਹਿਮੰਡਾਂ ਦਾ ਪ੍ਰਭੂ ਹੈ। ਇਹ ਵੀ ਨਾਸ਼ਵਾਨ ਹੈ। ਅਸੀਂ ਇਸ ਦੇ ਸੱਤ ਸੰਖ ਬ੍ਰਹਿਮੰਡਾਂ ਦੇ ਖੇਤਰ ਤੋਂ ਹੋ ਕੇ ਸਤਲੋਕ ਜਾਣਾ ਹੈ। ਇਸ ਲਈ ਇਸ ਦਾ ਟੋਲ ਟੈਕਸ ਦੇਣਾ ਹੈ। ਬਸ ਇਸ ਨਾਲ ਸਾਡਾ ਇੰਨਾ ਹੀ ਕੰਮ ਹੈ। ਗੀਤਾ ਅਧਿਆਇ 15 ਸ਼ਲੋਕ 17 ਵਿੱਚ ਕਿਹਾ ਹੈ ਕਿ ਉਤਮ ਪੁਰਸ਼ ਤੂ ਅਨਯ ਪਰਮਾਤਮਾ ਇਤੀ ਉਦਾਰਤ ਯੋ ਲੋਕ ਤਰਿਯਮ ਅਵਿਸ਼ੈ ਵਿਪਰਤੀ ਅਵਯਯ ਈਸ਼ਵਰ ਭਾਵ ਅਰਥ ਗੀਤਾ ਅਧਿਆਇ 15 ਸ਼ਲੋਕ 16 ਵਿੱਚ ਕਹੇ ਦੋ ਪੁਰਸ਼ ਇੱਕ ਛਰ ਪੁਰਸ਼ ਦੂਸਰਾ ਅਕਸ਼ਰ ਪੁਰਸ਼ ਹਨ। ਇਹਨਾਂ ਦੋਨਾਂ ਤੋਂ ਅਲੱਗ ਹੈ ਉੱਤਮ ਪੁਰਸ਼ ਅਰਥਾਤ ਪੁਰਸ਼ੋਤਮ ਉਸ ਹੀ ਨੂੰ ਪਰਮਾਤਮਾ ਕਹਿੰਦੇ ਹਨ ਜੋ ਤਿੰਨੋਂ ਲੋਕਾਂ ਵਿੱਚ ਪ੍ਰਵੇਸ਼ ਕਰਕੇ ਸਭ ਦਾ ਧਾਰਨ ਪੋਸ਼ਣ ਕਰਦਾ ਹੈ।
ਉਹ ਵਾਸਤਵ ਵਿੱਚ ਅਵਿਨਾਸ਼ੀ ਪਰਮੇਸ਼ਵਰ ਹੈ। ਗੀਤਾ ਅਧਿਆਇ 15 ਸ਼ਲੋਕ 17, ਗੀਤਾ ਅਧਿਆਇ 3 ਸ਼ਲੋਕ 14 ਤੇ 15 ਵਿੱਚ ਵੀ ਸਪਸ਼ਟ ਕੀਤਾ ਹੈ ਕਿ ਸਰਵਗਤਮ ਬ੍ਰਹਮ ਅਰਥਾਤ ਸਰਵਵਿਆਪੀ ਪਰਮਾਤਮਾ ਜੋ ਸੱਚੀਦਾਨੰਦ ਕਣ ਬ੍ਰਹਮ ਹੈ, ਉਸ ਨੂੰ ਵਾਸੂਦੇਵ ਵੀ ਕਹਿੰਦੇ ਹਨ, ਜਿਸ ਦੇ ਵਿਸ਼ੇ ਵਿੱਚ ਗੀਤਾ ਅਧਿਆਇ 7 ਸ਼ਲੋਕ 19 ਵਿੱਚ ਕਿਹਾ ਹੈ। ਉਹ ਸਦਾ ਯੱਗਾ ਅਰਥਾਤ ਧਾਰਮਿਕ ਅਨੁਸ਼ਠਾਨਾਂ ਵਿੱਚ ਪ੍ਰਤਿਸ਼ਠਿਤ ਹੈ, ਅਰਥਾਤ ਇਸ਼ਟ ਰੂਪ ਵਿੱਚ ਪੂਜਿਆ ਹੈ। ਪੂਰਨ ਗੁਰੂ ਤੋਂ ਦੀਖਿਆ ਲੈ ਕੇ ਮਰਿਆਦਾ ਵਿੱਚ ਰਹਿ ਕੇ ਭਗਤੀ ਕਰੋ। ਇਸ ਤਰ੍ਹਾਂ ਜੀਨੇ ਕੀ ਰਾਹ ਤੇ ਚੱਲ ਕੇ ਸੰਸਾਰ ਵਿੱਚ ਸੁਖੀ ਜੀਵਨ ਜੀਓ ਅਤੇ ਮੋਕਸ਼ ਰੂਪੀ ਮੰਜ਼ਿਲ ਨੂੰ ਪ੍ਰਾਪਤ ਕਰੋ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 254। ਸ੍ਰਿਸ਼ਟੀ ਰਚਨਾ ਯਾਨੀ ਸੂਖਸ਼ਮ ਵੇਦ ਵਿੱਚੋਂ ਨਿਸ਼ਕ੍ਰਿਸ਼ ਰੂਪ ਸ੍ਰਿਸ਼ਟੀ ਰਚਨਾ ਦਾ ਵਰਣਨ। ਪ੍ਰਭੂ ਪ੍ਰੇਮੀ ਆਤਮਾਵਾਂ ਪਹਿਲੀ ਵਾਰ ਨਿਮਨ ਸ੍ਰਿਸ਼ਟੀ ਰਚਨਾ ਨੂੰ ਪੜ੍ਹ ਕੇ ਅਜਿਹਾ ਲੱਗੇਗਾ ਜਿਵੇਂ ਕੋਈ ਦੰਦ ਕਥਾ ਹੋਵੇ, ਪਰੰਤੂ ਸਰਵ ਪਵਿੱਤਰ ਸਦ ਗ੍ਰੰਥਾਂ ਦੇ ਪ੍ਰਮਾਣਾਂ ਨੂੰ ਪੜ੍ਹ ਕੇ ਦੰਦਾਂ ਥੱਲੇ ਉਂਗਲੀ ਦਬਾਓਗੇ ਕਿ ਇਹ ਵਾਸਤਵਿਕ ਅੰਮ੍ਰਿਤ ਗਿਆਨ ਕਿੱਥੇ ਛੁਪਿਆ ਸੀ। ਕਿਰਪਾ ਧੀਰਜ ਦੇ ਨਾਲ ਪੜ੍ਹਦੇ ਰਹੋ ਅਤੇ ਇਸ ਅੰਮ੍ਰਿਤ ਗਿਆਨ ਨੂੰ ਸੁਰੱਖਿਅਤ ਰੱਖੋ। ਆਪ ਦੀ 101 ਪੀੜ੍ਹੀ ਤੱਕ ਕੰਮ ਆਏਗਾ। ਪਵਿੱਤਰ ਆਤਮਾ ਕਿਰਪਾ ਸਤ ਨਾਰਾਇਣ ਯਾਨੀ ਅਵਿਨਾਸ਼ੀ ਪ੍ਰਭੂ ਸਤਪੁਰਸ਼ ਦੁਆਰਾ ਰਚੀ ਸ੍ਰਿਸ਼ਟੀ ਰਚਨਾ ਦਾ ਵਾਸਤਵਿਕ ਗਿਆਨ ਪੜੋ। ਨੰਬਰ 1, ਪੂਰਨ ਬ੍ਰਹਮ। ਇਸ ਸ੍ਰਿਸ਼ਟੀ ਰਚਨਾ ਵਿੱਚ ਸਤਪੁਰਸ਼ ਸਤਲੋਕ ਦਾ ਸਵਾਮੀ ਯਾਨੀ ਪ੍ਰਭੂ, ਅਲਖ ਪੁਰਸ਼ ਅਲਖ ਲੋਕ ਦਾ ਸਵਾਮੀ ਯਾਨੀ ਪ੍ਰਭੂ, ਅਗਮ ਪੁਰਸ਼ ਅਗਮ ਲੋਕ ਦਾ ਸਵਾਮੀ ਯਾਨੀ ਪ੍ਰਭੂ ਅਤੇ ਅਨਾਮੀ ਪੁਰਸ਼ ਅਨਾਮੀ ਅਕਹਿ ਲੋਕ ਦਾ ਸਵਾਮੀ ਯਾਨੀ ਪ੍ਰਭੂ। ਤਾਂ ਇੱਕ ਹੀ ਪੂਰਨ ਬ੍ਰਹਮ ਹੈ ਜੋ ਵਾਸਤਵ ਵਿੱਚ ਅਵਿਨਾਸੀ ਪ੍ਰਭੂ ਹੈ, ਜੋ ਭਿੰਨ-ਭਿੰਨ ਰੂਪ ਧਾਰਨ ਕਰਕੇ ਆਪਣੇ ਚਾਰਾਂ ਲੋਕਾਂ ਵਿੱਚ ਰਹਿੰਦਾ ਹੈ, ਜਿਸ ਦੇ ਅੰਤਰਗਤ ਅਸੰਖ ਬ੍ਰਹਿਮੰਡ ਆਉਂਦੇ ਹਨ। ਨੰਬਰ 2, ਪਰ ਬ੍ਰਹਮ ਇਹ ਕੇਵਲ ਸਤ ਸੰਖ ਬ੍ਰਹਿਮੰਡ ਦਾ ਸਵਾਮੀ ਯਾਨੀ ਪ੍ਰਭੂ ਹੈ। ਇਹ ਅਕਸ਼ਰ ਪੁਰਸ਼ ਵੀ ਕਹਾਉਂਦਾ ਹੈ, ਪਰੰਤੂ ਇਹ ਤੇ ਇਸ ਦੇ ਬ੍ਰਹਿਮੰਡ ਵੀ ਅਸਲ ਵਿੱਚ ਅਵਿਨਾਸ਼ੀ ਨਹੀਂ ਹਨ। ਨੰਬਰ 3, ਬ੍ਰਹਮ ਇਹ ਕੇਵਲ ਇੱਕ ਹੀ ਬ੍ਰਹਿਮੰਡ ਦਾ ਸਵਾਮੀ ਯਾਨੀ ਪ੍ਰਭੂ ਹੈ। ਇਸ ਨੂੰ ਛਰ ਪੁਰਸ਼, ਜੋਤੀ, ਨਿਰੰਜਨ, ਕਾਲ ਆਦਿ ਉਪਮਾ ਨਾਲ ਜਾਣਿਆ ਜਾਂਦਾ ਹੈ। ਇਹ ਅਤੇ ਇਸ ਦੇ ਸਰਵ ਬ੍ਰਹਿਮੰਡ ਨਾਸ਼ਵਾਨ ਹਨ। ਉਪਰੋਕਤ ਤਿੰਨਾਂ ਪੁਰਸ਼ਾਂ ਯਾਨੀ ਪ੍ਰਭੂਆਂ ਦਾ ਪ੍ਰਮਾਣ ਪਵਿੱਤਰ ਸ੍ਰੀਮਦ ਭਗਵਤ ਗੀਤਾ ਅਧਿਆਇ 15 ਸ਼ਲੋਕ 16 ਅਤੇ 17 ਵਿੱਚ ਵੀ ਹੈ। ਨੰਬਰ 4, ਬ੍ਰਹਮਾ ਇਸੇ ਬ੍ਰਹਮ ਦਾ ਜੇਠਾ ਪੁੱਤਰ ਹੈ, ਵਿਸ਼ਨੂੰ ਮੱਧ ਵਾਲਾ ਪੁੱਤਰ ਹੈ ਅਤੇ ਸ਼ਿਵ ਅੰਤਿਮ ਤੀਸਰਾ ਪੁੱਤਰ ਹੈ। ਇਹ ਤਿੰਨੋਂ ਪੁੱਤਰ ਕੇਵਲ ਇੱਕ ਬ੍ਰਹਿਮੰਡ ਵਿੱਚ ਇੱਕ ਵਿਭਾਗ ਯਾਨੀ ਗੁਣ ਦੇ ਸਵਾਮੀ ਯਾਨੀ ਪ੍ਰਭੂ ਹਨ ਅਤੇ ਨਾਸ਼ਵਾਨ ਹਨ। ਵਿਸਤ੍ਰਿਤ ਵਰਣਨ ਦੇ ਲਈ ਕਿਰਪਾ ਪੜੋ ਨਿਮਨ ਲਿਖਤ ਸ੍ਰਿਸ਼ਟੀ ਰਚਨਾ। ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਨੇ ਸੂਖਸ਼ਮ ਵੇਦ ਅਰਥਾਤ ਕਬੀਰ ਬਾਣੀ ਵਿੱਚ ਆਪਣੇ ਦੁਆਰਾ ਰਚੀ ਸ੍ਰਿਸ਼ਟੀ ਦਾ ਗਿਆਨ ਖੁਦ ਹੀ ਦੱਸਿਆ ਹੈ, ਜੋ ਨਿਮਨ ਲਿਖਤ ਹੈ। ਸਰਵ ਪ੍ਰਥਮ ਕੇਵਲ ਇੱਕ ਸਥਾਨ ਅਨਾਮੀ ਯਾਨੀ ਅਨਾਮਯਾ ਲੋਕ ਸੀ, ਜਿਸ ਨੂੰ ਅਕਹਿ ਲੋਕ ਵੀ ਕਿਹਾ ਜਾਂਦਾ ਹੈ। ਪੂਰਨ ਪਰਮਾਤਮਾ ਉਸ ਅਨਾਮੀ ਲੋਕ ਵਿੱਚ ਇਕੱਲਾ ਰਹਿੰਦਾ ਸੀ। ਉਸ ਪਰਮਾਤਮਾ ਦਾ ਵਾਸਤਵਿਕ ਨਾਮ ਕਬੀਰਦੇਵ ਅਰਥਾਤ ਕਬੀਰ ਪਰਮੇਸ਼ਵਰ ਹੈ। ਸਾਰੀਆਂ ਆਤਮਾ ਉਸ ਪੂਰਨ ਧਨੀ ਦੇ ਸਰੀਰ ਵਿੱਚ ਸਮਾਈਆਂ ਹੋਈਆਂ ਸਨ। ਇਸ ਕਬੀਰਦੇਵ ਦਾ ਉਪਮਾਤਮਕ ਯਾਨੀ ਪਦਵੀ ਦਾ ਨਾਮ ਅਨਾਮੀ ਪੁਰਸ਼ ਹੈ। ਪੁਰਸ਼ ਦਾ ਅਰਥ ਪ੍ਰਭੂ ਹੁੰਦਾ ਹੈ। ਪ੍ਰਭੂ ਨੇ ਮਨੁੱਖ ਨੂੰ ਆਪਣੇ ਹੀ ਸਵਰੂਪ ਵਿੱਚ ਬਣਾਇਆ ਹੈ, ਇਸ ਲਈ ਮਾਨਵ ਦਾ ਨਾਮ ਵੀ ਪੁਰਸ਼ ਹੀ ਪਿਆ ਹੈ। ਅਨਾਮੀ ਪੁਰਸ਼ ਦੇ ਇੱਕ ਰੋਮਕੂਪ ਦਾ ਪ੍ਰਕਾਸ਼ ਅਸੰਖ ਸੂਰਜਾਂ ਦੀ ਰੋਸ਼ਨੀ ਤੋਂ ਵੀ ਅਧਿਕ ਹੈ। ਵਿਸ਼ੇਸ਼ ਜਿਵੇਂ ਕਿਸੇ ਦੇਸ਼ ਦੇ ਆਦਰਣੀਏ ਪ੍ਰਧਾਨ ਮੰਤਰੀ ਜੀ ਦਾ ਸਰੀਰ ਦਾ ਨਾਮ ਹੋਰ ਹੁੰਦਾ ਹੈ ਅਤੇ ਪਦ ਦਾ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਪ੍ਰਧਾਨ ਮੰਤਰੀ ਹੁੰਦਾ ਹੈ। ਕਈ ਵਾਰ ਪ੍ਰਧਾਨ ਮੰਤਰੀ ਆਪਣੇ ਕੋਲ ਕਈ ਵਿਭਾਗ ਰੱਖ ਲੈਂਦਾ ਹੈ। ਜਦੋਂ ਕਿਸੇ ਵੀ ਵਿਭਾਗ ਦੇ ਦਸਤਾਵੇਜ਼ਾਂ ਉੱਤੇ ਦਸਤਖਤ ਕਰਦਾ ਹੈ ਤਾਂ ਉਸ ਸਮੇਂ ਉਸ ਪਦ ਨੂੰ ਲਿਖਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 255। ਪਰਮੇਸ਼ਵਰ ਕਬੀਰ ਸਾਹਿਬ ਦੇ ਅਸੰਖ ਬ੍ਰਹਿਮੰਡਾਂ ਦਾ ਲਘੂ ਚਿੱਤਰ, ਜਿਸ ਨੂੰ ਤੁਸੀਂ ਕਿਤਾਬ ਜੀਨੇ ਕੀ ਰਾਹ ਵਿੱਚ ਦੇਖ ਸਕਦੇ ਹੋ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 256। ਜਿਵੇਂ ਗ੍ਰਹਿ ਮੰਤਰਾਲੇ ਦੇ ਦਸਤਖਤ ਕਰੇਗਾ ਤਾਂ ਆਪ ਨੂੰ ਗ੍ਰਹਿ ਮੰਤਰੀ ਲਿਖੇਗਾ। ਉੱਥੇ ਉਸੇ ਵਿਅਕਤੀ ਦੇ ਦਸਤਖਤ ਦੀ ਸ਼ਕਤੀ ਘੱਟ ਹੁੰਦੀ ਹੈ। ਇਸ ਪ੍ਰਕਾਰ ਕਬੀਰ ਪਰਮੇਸ਼ਵਰ ਯਾਨੀ ਕਬੀਰਦੇਵ ਦੀ ਰੋਸ਼ਨੀ ਵਿੱਚ ਅੰਤਰ ਭਿੰਨ ਲੋਕਾਂ ਵਿੱਚ ਹੁੰਦਾ ਜਾਂਦਾ ਹੈ। ਠੀਕ ਇਸ ਪ੍ਰਕਾਰ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਨੇ ਹੇਠਾਂ ਦੇ ਤਿੰਨ ਹੋਰ ਲੋਕਾਂ ਅਗਮ ਲੋਕ, ਅਲਖ ਲੋਕ, ਸਤਲੋਕ ਦੀ ਰਚਨਾ ਸ਼ਬਦ ਯਾਨੀ ਬਚਨ ਨਾਲ ਕੀਤੀ।
ਇਹ ਪੂਰਨ ਬ੍ਰਹਮ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਹੀ ਅਗਮ ਲੋਕ ਵਿੱਚ ਪ੍ਰਗਟ ਹੋਇਆ ਅਤੇ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਅਗਮ ਲੋਕ ਦਾ ਵੀ ਸਵਾਮੀ ਹੈ ਅਤੇ ਉੱਥੇ ਉਹਨਾਂ ਦਾ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਅਗਮ ਪੁਰਸ਼ ਅਰਥਾਤ ਅਗਮ ਪ੍ਰਭੂ ਹੈ। ਇਸ ਪ੍ਰਭੂ ਦਾ ਮਾਨਵ ਸੁਦ੍ਰਿਸ਼ ਸਰੀਰ ਬਹੁਤ ਤੇਜੋਮਈ ਹੈ, ਜਿਸ ਦੇ ਇੱਕ ਰੋਮਕੂਪ ਦੀ ਰੌਸ਼ਨੀ ਖਰਬ ਸੂਰਜਾਂ ਦੀ ਰੌਸ਼ਨੀ ਤੋਂ ਵੀ ਅਧਿਕ ਹੈ। ਇਹ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਅਲਖ ਲੋਕ ਵਿੱਚ ਪ੍ਰਗਟ ਹੋਇਆ ਅਤੇ ਸਵੈਹੀ ਅਲਖ ਲੋਕ ਦਾ ਸਵਾਮੀ ਹੈ ਅਤੇ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਅਲਖ ਪੁਰਸ਼ ਵੀ ਇਸ ਪਰਮੇਸ਼ਵਰ ਦਾ ਹੈ ਅਤੇ ਇਸ ਪੂਰਨ ਪ੍ਰਭੂ ਦਾ ਮਾਨਵ ਸੁਦ੍ਰਿਸ਼ ਸਰੀਰ ਤੇਜੋਮਈ ਯਾਨੀ ਸਵੈਜੋਤੀ ਸਵੈ ਪ੍ਰਕਾਸ਼ਿਤ ਹੈ। ਇੱਕ ਰੋਮਕੂਪ ਦੀ ਰੌਸ਼ਨੀ ਅਰਬ ਸੂਰਜਾਂ ਦੇ ਪ੍ਰਕਾਸ਼ ਤੋਂ ਵੀ ਜ਼ਿਆਦਾ ਹੈ। ਇਹ ਪੂਰਨ ਪ੍ਰਭੂ ਸਤਲੋਕ ਵਿੱਚ ਪ੍ਰਗਟ ਹੋਇਆ ਅਤੇ ਸਤਲੋਕ ਦਾ ਵੀ ਅਦਿਪਤੀ ਇਹ ਹੈ, ਇਸ ਲਈ ਇਸ ਦਾ ਉਪਮਾਤਮਿਕ ਯਾਨੀ ਪਦਵੀ ਦਾ ਨਾਮ ਸਤਪੁਰਸ਼ ਯਾਨੀ ਅਵਿਨਾਸੀ ਪ੍ਰਭੂ ਹੈ। ਇਸ ਦੇ ਨਾਮ ਅਕਾਲ ਮੂਰਤ ਸ਼ਬਦ ਸਵਰੂਪੀ ਰਾਮ ਪੂਰਨ ਬ੍ਰਹਮ ਪਰਮ ਅਕਸ਼ਰ ਬ੍ਰਹਮ ਆਦਿ ਹਨ। ਇਸ ਸਤਪੁਰਸ਼ ਕਬੀਰਦੇਵ ਯਾਨੀ ਕਬੀਰ ਪ੍ਰਭੂ ਦਾ ਮਾਨਵ ਸੁਦ੍ਰਿਸ਼ ਸਰੀਰ ਤੇਜੋਮਈ ਹੈ, ਜਿਸ ਦੇ ਇੱਕ ਰੋਮਕੂਪ ਦਾ ਪ੍ਰਕਾਸ਼ ਕਰੋੜ ਸੂਰਜਾਂ ਅਤੇ ਇੰਨੇ ਹੀ ਚੰਦਰਮਾ ਦੇ ਪ੍ਰਕਾਸ਼ ਤੋਂ ਵੀ ਅਧਿਕ ਹੈ। ਇਸ ਕਬੀਰਦੇਵ ਯਾਨੀ ਕਬੀਰ ਪ੍ਰਭੂ ਨੇ ਸਤਪੁਰਸ਼ ਰੂਪ ਵਿੱਚ ਪ੍ਰਗਟ ਹੋ ਕੇ ਸਤਲੋਕ ਵਿੱਚ ਵਿਰਾਜਮਾਨ ਹੋ ਕੇ ਪ੍ਰਥਮ ਸਤਲੋਕ ਵਿੱਚ ਹੋਰ ਰਚਨਾ ਕੀਤੀ। ਇੱਕ ਸ਼ਬਦ ਯਾਨੀ ਬਚਨ ਨਾਲ 16 ਦੀਪਾਨ ਦੀ ਰਚਨਾ ਕੀਤੀ, ਫਿਰ 16 ਸ਼ਬਦਾਂ ਨਾਲ 16 ਪੁੱਤਰਾਂ ਦੀ ਉਤਪੱਤੀ ਕੀਤੀ। ਇੱਕ ਮਾਨਸਰੋਵਰ ਦੀ ਰਚਨਾ ਕੀਤੀ ਜਿਸ ਵਿੱਚ ਅੰਮ੍ਰਿਤ ਭਰਿਆ। 16 ਪੁੱਤਰਾਂ ਦੇ ਨਾਮ ਹਨ, 1 ਕੂਰਮ, 2 ਗਿਆਨੀ, 3 ਵਿਵੇਕ, 4 ਤੇਜ, 5 ਸਹਿਜ, 6 ਸੰਤੋਸ਼, 7 ਸੁਰਤੀ, 8 ਆਨੰਦ, 9 ਖਿਮਾ, 10 ਨਿਸ਼ਕਾਮ, 11 ਜਲਰੰਗੀ, 12 ਅਚਿੰਤ, 13 ਪ੍ਰੇਮ, 14 ਦਿਆਲ, 15 ਧੀਰਜ, 16 ਯੋਗ ਸੰਤਾਇਣ ਅਰਥਾਤ ਯੋਗਜੀਤ। ਸਤਪੁਰਸ਼ ਕਬੀਰਦੇਵ ਨੇ ਆਪਣੇ ਪੁੱਤਰ ਅਚਿੰਤ ਨੂੰ ਸਤਲੋਕ ਦੀ ਹੋਰ ਰਚਨਾ ਦਾ ਭਾਰ ਸੌਂਪਿਆ ਅਤੇ ਸ਼ਕਤੀ ਪ੍ਰਦਾਨ ਕੀਤੀ। ਅਚਿੰਤ ਨੇ ਅਕਸ਼ਰ ਪੁਰਸ਼ ਪਰਬ੍ਰਹਮ ਦੀ ਸ਼ਬਦ ਤੋਂ ਉਤਪੱਤੀ ਕੀਤੀ ਅਤੇ ਕਿਹਾ ਕਿ ਮੇਰੀ ਮਦਦ ਕਰਨਾ। ਅਕਸ਼ਰ ਪੁਰਸ਼ ਇਸ਼ਨਾਨ ਕਰਨ ਦੇ ਲਈ ਮਾਨਸਰੋਵਰ ਉੱਤੇ ਗਿਆ। ਉੱਥੇ ਆਨੰਦ ਆਇਆ ਅਤੇ ਸੌ ਗਿਆ। ਲੰਬੇ ਸਮੇਂ ਤੱਕ ਬਾਹਰ ਨਹੀਂ ਆਇਆ। ਉਦੋਂ ਅਚਿੰਤ ਦੀ ਪ੍ਰਾਰਥਨਾ ਉੱਤੇ ਅਕਸ਼ਰ ਪੁਰਸ਼ ਨੂੰ ਨੀਂਦ ਤੋਂ ਜਗਾਉਣ ਦੇ ਲਈ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਨੇ ਉਸ ਮਾਨਸਰੋਵਰ ਤੋਂ ਕੁਝ ਅੰਮ੍ਰਿਤ ਜਲ ਲੈ ਕੇ ਅੰਡਾ ਬਣਾਇਆ ਅਤੇ ਉਸ ਅੰਡੇ ਵਿੱਚ ਇੱਕ ਆਤਮਾ ਪ੍ਰਵੇਸ਼ ਕੀਤੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 257। ਅੰਡੇ ਨੂੰ ਮਾਨਸਰੋਵਰ ਦੇ ਅੰਮ੍ਰਿਤ ਜਲ ਵਿੱਚ ਛੱਡਿਆ। ਅੰਡੇ ਦੀ ਗੜਗੜਟ ਨਾਲ ਅਕਸ਼ਰ ਪੁਰਸ਼ ਦੀ ਨੀਂਦ ਭੰਗ ਹੋ ਗਈ। ਉਸਨੇ ਅੰਡੇ ਨੂੰ ਕ੍ਰੋਧ ਨਾਲ ਦੇਖਿਆ, ਜਿਸ ਕਾਰਨ ਉਸ ਅੰਡੇ ਦੇ 2 ਭਾਗ ਹੋ ਗਏ। ਉਸ ਵਿੱਚੋਂ ਜੋਤੀ ਨਿਰੰਜਨ ਯਾਨੀ ਛਰ ਪੁਰਸ਼ ਨਿਕਲਿਆ, ਜੋ ਅੱਗੇ ਚੱਲ ਕੇ ਕਾਲ ਕਹਾਇਆ। ਇਸ ਦਾ ਅਸਲ ਨਾਮ ਕੈਲ ਹੈ। ਉਦੋਂ ਸਤਪੁਰਸ਼ ਯਾਨੀ ਕਬੀਰਦੇਵ ਨੇ ਆਕਾਸ਼ਬਾਣੀ ਕੀਤੀ ਕਿ ਆਪ ਦੋਨੋਂ ਅਚਿੰਤ ਦੇ ਦੀਪ ਵਿੱਚ ਰਹੋ। ਆਗਿਆ ਪਾ ਕੇ ਅਕਸ਼ਰ ਪੁਰਸ਼ ਅਤੇ ਛਰ ਪੁਰਸ਼ ਯਾਨੀ ਕੈਲ ਦੋਨੋਂ ਅਚਿੰਤ ਦੇ ਦੀਪ ਵਿੱਚ ਰਹਿਣ ਲੱਗੇ। ਬੱਚਿਆਂ ਦੀ ਨਲਾਇਕੀ ਉਹਨਾਂ ਨੂੰ ਹੀ ਦਿਖਾਈ ਕਿ ਕਿਤੇ ਫਿਰ ਪ੍ਰਭੂਤਾ ਦੀ ਤੜਫ ਨਾ ਬਣ ਜਾਵੇ, ਕਿਉਂਕਿ ਸਮਰੱਥ ਬਿਨਾਂ ਕਾਰਜ ਸਫਲ ਨਹੀਂ ਹੁੰਦਾ। ਫਿਰ ਪੂਰਨ ਧਨੀ ਕਬੀਰਦੇਵ ਨੇ ਸਾਰੀ ਰਚਨਾ ਆਪ ਹੀ ਕੀਤੀ। ਆਪਣੀ ਸ਼ਬਦ ਸ਼ਕਤੀ ਨਾਲ ਇੱਕ ਰਾਜੇਸ਼ਵਰੀ ਯਾਨੀ ਰਾਸ਼ਟਰੀ ਸ਼ਕਤੀ ਉਤਪੰਨ ਕੀਤੀ, ਜਿਸ ਨਾਲ ਸਾਰੇ ਬ੍ਰਹਿਮੰਡਾਂ ਨੂੰ ਸਥਾਪਿਤ ਕੀਤਾ। ਇਸ ਨੂੰ ਹੀ ਪਰਾਸ਼ਕਤੀ ਯਾਨੀ ਪਰਾਨੰਦਨੀ ਵੀ ਕਹਿੰਦੇ ਹਨ। ਪੂਰਨ ਬ੍ਰਹਮ ਨੇ ਸਾਰੀਆਂ ਆਤਮਾਵਾਂ ਨੂੰ ਆਪਣੇ ਹੀ ਅੰਦਰੋਂ ਆਪਣੀ ਬਚਨ ਸ਼ਕਤੀ ਨਾਲ ਆਪਣੇ ਮਾਨਵ ਸ਼ੁਦ੍ਰਿਸ਼ ਉਤਪੰਨ ਕੀਤਾ। ਹਰੇਕ ਹੰਸ ਆਤਮਾ ਦਾ ਪਰਮਾਤਮਾ ਵਰਗਾ ਹੀ ਸਰੀਰ ਰਚਿਆ, ਜਿਸ ਦਾ ਤੇਜ 16 ਸੂਰਜਾਂ ਜਿਹਾ ਮਾਨਵ ਸੁਦ੍ਰਿਸ਼ ਹੀ ਹੈ। ਪਰੰਤੂ ਪਰਮੇਸ਼ਵਰ ਦੇ ਸਰੀਰ ਦਾ ਇੱਕ ਰੋਮਕੂਪ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਤੋਂ ਵੀ ਜ਼ਿਆਦਾ ਹੈ। ਬਹੁਤ ਸਮੇਂ ਉਪਰੰਤ ਛਰਪੁਰਸ਼ ਯਾਨੀ ਜੋਤੀ ਨਿਰੰਜਨ ਨੇ ਸੋਚਿਆ ਕਿ ਅਸੀਂ ਤਿੰਨੋਂ ਯਾਨੀ ਅਚਿੰਤ ਅਕਸ਼ਰ ਪੁਰਸ਼ ਛਰ ਪੁਰਸ਼ ਇੱਕ ਦੀਪ ਵਿੱਚ ਰਹਿ ਰਹੇ ਹਾਂ ਅਤੇ ਹੋਰ ਇੱਕ ਦੀਪ ਵਿੱਚ ਰਹਿ ਰਹੇ ਹਨ। ਮੈਂ ਵੀ ਸਾਧਨਾ ਕਰਕੇ ਅਲੱਗ ਦੀਪ ਪ੍ਰਾਪਤ ਕਰਾਂਗਾ। ਉਸਨੇ ਐਸਾ ਵਿਚਾਰ ਕਰਕੇ ਇੱਕ ਪੈਰ ਉੱਤੇ ਖੜਾ ਹੋ ਕੇ 70 ਯੁੱਗ ਤੱਕ ਤਪ ਕੀਤਾ। ਆਤਮਾਵਾਂ ਕਾਲ ਦੇ ਜਾਲ ਵਿੱਚ ਕਿਵੇਂ ਫਸੀਆਂ। ਵਿਸ਼ੇਸ਼ ਜਦੋਂ ਬ੍ਰਹਮ ਯਾਨੀ ਜੋਤੀ ਨਿਰੰਜਨ ਤਪ ਕਰ ਰਿਹਾ ਸੀ, ਅਸੀਂ ਸਭ ਆਤਮਾ ਜੋ ਅੱਜ ਜੋਤੀ ਨਿਰੰਜਨ ਦੇ 21 ਬ੍ਰਹਿਮੰਡਾਂ ਵਿੱਚ ਰਹਿੰਦੀਆਂ ਹਨ, ਇਸ ਦੀ ਸਾਧਨਾ ਵੱਲ ਆਕਰਸ਼ਿਤ ਹੋ ਗਏ ਅਤੇ ਆਤਮਾ ਤੋਂ ਇਸ ਨੂੰ ਚਾਹਣ ਲੱਗੇ। ਆਪਣੇ ਸੁਖਦਈ ਪ੍ਰਭੂ ਤੋਂ ਬੇਮੁਖ ਹੋ ਗਏ, ਜਿਸ ਕਾਰਨ ਪਤੀਵਰਤਾ ਪਦ ਤੋਂ ਗਿਰ ਗਏ।
ਪੂਰਨ ਪ੍ਰਭੂ ਦੇ ਵਾਰ-ਵਾਰ ਸਾਵਧਾਨ ਕਰਨ ਉੱਤੇ ਵੀ ਸਾਡੀ ਆਕਰਸ਼ਣ ਛਰ ਪੁਰਸ਼ ਤੋਂ ਨਹੀਂ ਹਟਿਆ। ਇਹੀ ਪ੍ਰਭਾਵ ਅੱਜ ਵੀ ਕਾਲ ਸ੍ਰਿਸ਼ਟੀ ਵਿੱਚ ਵਿਦਮਾਨ ਹੈ। ਜਿਸ ਤਰ੍ਹਾਂ ਨੌਜਵਾਨ ਬੱਚੇ ਫਿਲਮੀ ਸਟਾਰਾਂ ਯਾਨੀ ਅਭਿਨੇਤਾਵਾਂ ਅਭਿਨੇਤਰੀਆਂ ਦੀਆਂ ਬਣਾਵਟੀ ਅਦਾਵਾਂ ਅਤੇ ਆਪਣੇ ਰੋਜ਼ਗਾਰ ਉਦੇਸ਼ ਨਾਲ ਕਰ ਰਹੇ ਭੂਮਿਕਾ ਉੱਤੇ ਅਤੇ ਆਕਰਸ਼ਿਤ ਹੋ ਜਾਂਦੇ ਹਨ, ਰੋਕਣ ਨਾਲ ਨਹੀਂ ਰੁਕਦੇ। ਅਗਰ ਕੋਈ ਅਭਿਨੇਤਾ ਜਾਂ ਅਭਿਨੇਤਰੀ ਨੇੜੇ ਦੇ ਸ਼ਹਿਰ ਵਿੱਚ ਆ ਜਾਵੇ ਤਾਂ ਦੇਖੋ ਉਹਨਾਂ ਨਾਦਾਨ ਬੱਚਿਆਂ ਦੀ ਭੀੜ ਕੇਵਲ ਦਰਸ਼ਨ ਕਰਨ ਦੇ ਲਈ ਬਹੁ ਸੰਖਿਆ ਵਿੱਚ ਇਕੱਠੇ ਹੋ ਜਾਂਦੇ ਹਨ। ਲੈਣਾ ਇੱਕ ਨਾ ਦੇਣੇ ਦੋ, ਰੋਜੀ ਰੋਟੀ ਅਭਿਨੇਤਾ ਕਮਾ ਰਹੇ ਹਨ, ਨੌਜਵਾਨ ਬੱਚੇ ਲੁੱਟੇ ਜਾ ਰਹੇ ਹਨ। ਮਾਤਾ ਪਿਤਾ ਕਿੰਨਾ ਹੀ ਸਮਝਾਉਣ ਪਰੰਤੂ ਬੱਚੇ ਨਹੀਂ ਮੰਨਦੇ। ਕਿਤੇ ਨਾ ਕਿਤੇ ਕਦੇ ਨਾ ਕਦੇ ਲੁਕ ਛਿਪ ਕੇ ਜਾਂਦੇ ਹੀ ਰਹਿੰਦੇ ਹਨ। ਪੂਰਨ ਬ੍ਰਹਮ ਕਬੀਰਦੇਵ ਯਾਨੀ ਕਬੀਰ ਪ੍ਰਭੂ ਨੇ ਛਰ ਪੁਰਸ਼ ਤੋਂ ਪੁੱਛਿਆ ਕਿ ਬੋਲੋ ਕੀ ਚਾਹੁੰਦੇ ਹੋ। ਉਸਨੇ ਕਿਹਾ ਕਿ ਪਿਤਾ ਜੀ, ਮੇਰੇ ਲਈ ਇਹ ਸਥਾਨ ਘੱਟ ਹੈ, ਮੈਨੂੰ ਅਲੱਗ ਦੀਪ ਪ੍ਰਦਾਨ ਕਰਨ ਦੀ ਕਿਰਪਾ ਕਰੋ। ਹੱਕਾ ਕਬੀਰ ਯਾਨੀ ਸਤ ਕਬੀਰ ਨੇ ਉਸਨੂੰ 21 ਬ੍ਰਹਿਮੰਡ ਪ੍ਰਦਾਨ ਕਰ ਦਿੱਤੇ। ਕੁਝ ਸਮੇਂ ਉਪਰੰਤ ਜੋਤੀ ਨਿਰੰਜਨ ਨੇ ਸੋਚਿਆ ਇਸ ਵਿੱਚ ਕੁਝ ਰਚਨਾ ਕਰਨੀ ਚਾਹੀਦੀ ਹੈ। ਖਾਲੀ ਬ੍ਰਹਿਮੰਡ ਯਾਨੀ ਪਲਾਟ ਕਿਸ ਕੰਮ ਦੇ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 258। ਇਹ ਵਿਚਾਰ ਕਰਕੇ 70 ਯੁੱਗ ਤਪ ਕਰਕੇ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪ੍ਰਭੂ ਤੋਂ ਰਚਨਾ ਸਮੱਗਰੀ ਦੀ ਜਾਚਨਾ ਕੀਤੀ। ਸਤਪੁਰਸ਼ ਨੇ ਉਸਨੂੰ 3 ਗੁਣ ਅਤੇ 5 ਤੱਤ ਪ੍ਰਦਾਨ ਕਰ ਦਿੱਤੇ, ਜਿਸ ਨਾਲ ਬ੍ਰਹਮ ਜੋਤੀ ਨਿਰੰਜਨ ਨੇ ਆਪਣੇ ਬ੍ਰਹਿਮੰਡਾਂ ਵਿੱਚ ਕੁਝ ਰਚਨਾ ਕੀਤੀ। ਫਿਰ ਸੋਚਿਆ ਕਿ ਇਸ ਵਿੱਚ ਜੀਵ ਵੀ ਹੋਣੇ ਚਾਹੀਦੇ ਹਨ, ਇਕੱਲੇ ਦਾ ਦਿਲ ਨਹੀਂ ਲੱਗਦਾ। ਇਹ ਵਿਚਾਰ ਕਰਕੇ 64 ਯੁੱਗ ਤੱਕ ਫਿਰ ਤਪ ਕੀਤਾ। ਪੂਰਨ ਪਰਮਾਤਮਾ ਕਬੀਰਦੇਵ ਦੇ ਪੁੱਛਣ ਉੱਤੇ ਦੱਸਿਆ ਕਿ ਮੈਨੂੰ ਕੁਝ ਆਤਮਾ ਦੇ ਦੇਵੋ, ਮੇਰਾ ਇਕੱਲੇ ਦਾ ਦਿਲ ਨਹੀਂ ਲੱਗ ਰਿਹਾ। ਉਦੋਂ ਸਤਪੁਰਸ਼ ਕਬੀਰ ਅਗਨੀ ਯਾਨੀ ਕਬੀਰ ਪਰਮੇਸ਼ਵਰ ਨੇ ਕਿਹਾ ਕਿ ਬ੍ਰਹਮ ਤੇਰੇ ਤਪ ਦੇ ਪ੍ਰਤੀਫਲ ਵਿੱਚ ਮੈਂ ਤੈਨੂੰ ਹੋਰ ਬ੍ਰਹਿਮੰਡ ਦੇ ਸਕਦਾ ਹਾਂ, ਪਰੰਤੂ ਮੇਰੀਆਂ ਪਿਆਰੀਆਂ ਆਤਮਾਵਾਂ ਨੂੰ ਕਿਸੇ ਵੀ ਜਪ ਤਪ ਸਾਧਨਾ ਦੇ ਪ੍ਰਤੀਫਲ ਵਿੱਚ ਨਹੀਂ ਦੇ ਸਕਦਾ ਹਾਂ। ਜੇ ਕੋਈ ਸਵੈ ਇੱਛਾ ਨਾਲ ਤੇਰੇ ਨਾਲ ਜਾਣਾ ਚਾਹੇ ਤਾਂ ਉਹ ਜਾ ਸਕਦਾ ਹੈ। ਯੁਵਾ ਕਬੀਰ ਯਾਨੀ ਸਮਰੱਥ ਕਬੀਰ ਦੇ ਬਚਨ ਸੁਣ ਕੇ ਜੋਤੀ ਨਿਰੰਜਨ ਸਾਡੇ ਕੋਲ ਆਇਆ। ਅਸੀਂ ਸਭ ਹੰਸ ਆਤਮਾ ਜੋ ਪਹਿਲਾਂ ਤੋਂ ਹੀ ਉਸ ਉੱਪਰ ਆਕਰਸ਼ਿਤ ਸਨ, ਅਸੀਂ ਉਸ ਨੂੰ ਚਾਰੋਂ ਤਰਫੋਂ ਘੇਰ ਕੇ ਖੜੇ ਹੋ ਗਏ। ਜੋਤੀ ਨਿਰੰਜਨ ਨੇ ਕਿਹਾ ਕਿ ਮੈਂ ਪਿਤਾ ਜੀ ਤੋਂ ਅਲੱਗ 21 ਬ੍ਰਹਿਮੰਡ ਪ੍ਰਾਪਤ ਕੀਤੇ ਹਨ। ਉੱਥੇ ਕਈ ਪ੍ਰਕਾਰ ਦੇ ਰਮਣੀਕ ਸਥਲ ਯਾਨੀ ਮਨੋਰੰਜਕ ਸਥਾਨ ਬਣਾਏ ਹਨ। ਕੀ ਆਪ ਮੇਰੇ ਨਾਲ ਚੱਲੋਗੇ? ਅਸੀਂ ਸਾਰੇ ਹੰਸਾਂ ਨੇ ਜੋ ਅੱਜ 21 ਬ੍ਰਹਿਮੰਡਾਂ ਵਿੱਚ ਪਰੇਸ਼ਾਨ ਹਾਂ ਕਿਹਾ ਕਿ ਅਸੀਂ ਤਿਆਰ ਹਾਂ, ਜੇਕਰ ਪਿਤਾ ਜੀ ਆਗਿਆ ਦੇ ਦੇਣ ਤਾਂ। ਉਦੋਂ ਛਰ ਪੁਰਸ਼ ਪੂਰਨ ਬ੍ਰਹਮ ਮਹਾਨ ਕਬੀਰ ਯਾਨੀ ਸਮਰੱਥ ਕਬੀਰ ਪ੍ਰਭੂ ਦੇ ਕੋਲ ਗਿਆ ਅਤੇ ਸਾਰੀ ਵਾਰਤਾ ਕਹੀ। ਉਦੋਂ ਕਬੀਰ ਅਗਨੀ ਯਾਨੀ ਕਬੀਰ ਪਰਮੇਸ਼ਵਰ ਨੇ ਕਿਹਾ ਕਿ ਮੇਰੇ ਸਾਹਮਣੇ ਸਵੀਕ੍ਰਿਤੀ ਦੇਣ ਵਾਲੇ ਨੂੰ ਆਗਿਆ ਦੇਵਾਂਗਾ। ਛਰ ਪੁਰਸ਼ ਅਤੇ ਪਰਮ ਅਕਸ਼ਰ ਪੁਰਸ਼ ਯਾਨੀ ਕਬੀਰ ਅਮਿਤੌਜਾ ਕਬੀਰ ਅਮਿਤੌਜਾ ਯਾਨੀ ਜਿਸ ਦੀ ਸ਼ਕਤੀ ਦਾ ਕੋਈ ਵਾਰ ਨਹੀਂ, ਉਹ ਕਬੀਰ ਦੋਨੋਂ ਅਸੀਂ ਸਾਰੀਆਂ ਹੰਸ ਆਤਮਾਵਾਂ ਦੇ ਕੋਲ ਆਏ। ਸਤ ਕਬੀਰਦੇਵ ਨੇ ਕਿਹਾ ਕਿ ਜੋ ਹੰਸ ਆਤਮਾ ਬ੍ਰਹਮ ਦੇ ਨਾਲ ਜਾਣਾ ਚਾਹੁੰਦਾ ਹੈ, ਹੱਥ ਉੱਪਰ ਕਰਕੇ ਸਵੀਕ੍ਰਿਤੀ ਦੇਵੇ। ਆਪਣੇ ਪਿਤਾ ਦੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਹੋਈ, ਕਿਸੇ ਨੇ ਸਵੀਕ੍ਰਿਤੀ ਨਹੀਂ ਦਿੱਤੀ। ਬਹੁਤ ਸਮੇਂ ਤੱਕ ਸਨਾਟਾ ਛਾਇਆ ਰਿਹਾ। ਉਦੋਂ ਪਿੱਛੋਂ ਇੱਕ ਹੰਸ ਆਤਮਾ ਨੇ ਸਾਹਸ ਕੀਤਾ ਤੇ ਕਿਹਾ ਕਿ ਪਿਤਾ ਜੀ ਮੈਂ ਜਾਣਾ ਚਾਹੁੰਦਾ ਹਾਂ। ਫਿਰ ਤਾਂ ਉਸ ਦੀ ਦੇਖਾ ਦੇਖੀ ਜੋ ਅੱਜ ਕਾਲ ਯਾਨੀ ਬ੍ਰਹਮ ਦੇ 21 ਬ੍ਰਹਿਮੰਡਾਂ ਵਿੱਚ ਫਸੀਆਂ ਹਨ, ਅਸੀਂ ਸਭ ਆਤਮਾਵਾਂ ਨੇ ਸਵੀਕ੍ਰਿਤੀ ਦੇ ਦਿੱਤੀ। ਪਰਮੇਸ਼ਵਰ ਕਬੀਰ ਜੀ ਨੇ ਜੋਤੀ ਨਿਰੰਜਨ ਨੂੰ ਕਿਹਾ ਕਿ ਆਪ ਆਪਣੇ ਸਥਾਨ ਉੱਤੇ ਜਾਓ, ਜਿਨ੍ਹਾਂ ਨੇ ਤੇਰੇ ਨਾਲ ਜਾਣ ਦੀ ਸਵੀਕ੍ਰਿਤੀ ਦਿੱਤੀ ਹੈ। ਮੈਂ ਉਹਨਾਂ ਸਭ ਹੰਸ ਆਤਮਾਵਾਂ ਨੂੰ ਆਪ ਦੇ ਕੋਲ ਭੇਜ ਦੇਵਾਂਗਾ। ਜੋਤੀ ਨਿਰੰਜਨ ਆਪਣੇ 21 ਬ੍ਰਹਿਮੰਡਾਂ ਵਿੱਚ ਚਲਾ ਗਿਆ। ਉਸ ਸਮੇਂ ਤੱਕ ਇਹ 21 ਬ੍ਰਹਿਮੰਡ ਸਤਲੋਕ ਵਿੱਚ ਹੀ ਸਨ। ਉਦੋਂ ਪਿੱਛੋਂ ਪੂਰਨ ਬ੍ਰਹਮ ਨੇ ਸਭ ਤੋਂ ਪ੍ਰਥਮ ਸਵੀਕ੍ਰਿਤੀ ਦੇਣ ਵਾਲੇ ਹੰਸ ਨੂੰ ਲੜਕੀ ਦਾ ਰੂਪ ਦਿੱਤਾ, ਪਰੰਤੂ ਇਸਤਰੀ ਇੰਦਰੀ ਨਹੀਂ ਰਚੀ ਅਤੇ ਉਹਨਾਂ ਸਭ ਆਤਮਾਵਾਂ ਨੂੰ ਜਿਨ੍ਹਾਂ ਨੇ ਜੋਤੀ ਨਿਰੰਜਨ ਯਾਨੀ ਬ੍ਰਹਮ ਦੇ ਨਾਲ ਜਾਣ ਦੀ ਸਹਿਮਤੀ ਦਿੱਤੀ ਸੀ, ਉਸ ਲੜਕੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਦਿੱਤਾ ਅਤੇ ਉਸ ਦਾ ਨਾਮ ਅਸ਼ਟਰਾ ਆਦਿ ਮਾਇਆ ਪ੍ਰਕਿਰਤੀ ਦੇਵੀ ਦੁਰਗਾ ਪਿਆ। ਅਤੇ ਸਤਪੁਰਸ਼ ਨੇ ਕਿਹਾ ਕਿ ਪੁੱਤਰੀ ਮੈਂ ਤੈਨੂੰ ਸ਼ਬਦ ਸ਼ਕਤੀ ਪ੍ਰਦਾਨ ਕਰ ਦਿੱਤੀ ਹੈ, ਜਿੰਨੇ ਵੀ ਜੀਵ ਬ੍ਰਹਮ ਕਹੇ ਉਤਪੰਨ ਕਰ ਦੇਣਾ। ਪੂਰਨ ਬ੍ਰਹਮ ਕਬੀਰਦੇਵ ਯਾਨੀ ਕਬੀਰ ਸਾਹਿਬ ਆਪਣੇ ਪੁੱਤਰ ਸਹਿਜਦਾਸ ਦੇ ਦੁਆਰਾ ਪ੍ਰਕਿਰਤੀ ਨੂੰ ਛਰ ਪੁਰਸ਼ ਦੇ ਕੋਲ ਭੇਜ ਦਿੱਤਾ। ਸਹਿਜਦਾਸ ਨੇ ਜੋਤੀ ਨਿਰੰਜਨ ਨੂੰ ਦੱਸਿਆ ਕਿ ਪਿਤਾ ਜੀ ਨੇ ਇਸ ਪੈਣ ਦੇ ਸਰੀਰ ਵਿੱਚ ਉਹਨਾਂ ਸਭ ਆਤਮਾਵਾਂ ਨੂੰ ਪ੍ਰਵੇਸ਼ ਕਰ ਦਿੱਤਾ ਹੈ
आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 259, जिन्हां ने तेरे नाल जाण दी सहमति प्रगट कीती सी ਅਤੇ ਇਸ ਪੈਣ ਨੂੰ ਬਚਨ ਸ਼ਕਤੀ ਪ੍ਰਦਾਨ ਕੀਤੀ ਹੈ। ਆਪ ਜਿੰਨੇ ਜੀਵ ਚਾਹੋਗੇ ਪ੍ਰਕਿਰਤੀ ਆਪਣੇ ਸ਼ਬਦ ਨਾਲ ਉਤਪੰਨ ਕਰ ਦੇਵੇਗੀ। ਇਹ ਕਹਿ ਕੇ ਸਹਿਜਦਾਸ ਆਪਣੇ ਦੀਪ ਵਿੱਚ ਵਾਪਸ ਆ ਗਿਆ। ਯੁਵਾ ਹੋਣ ਦੇ ਕਾਰਨ ਲੜਕੀ ਦਾ ਰੰਗ ਰੂਪ ਨਿਖਰਿਆ ਹੋਇਆ ਸੀ। ਬ੍ਰਹਮ ਦੇ ਅੰਦਰ ਵਿਸ਼ੇ ਵਾਸਨਾ ਉਤਪੰਨ ਹੋ ਗਈਆਂ ਅਤੇ ਪ੍ਰਕਿਰਤੀ ਦੇਵੀ ਦੇ ਨਾਲ ਅਪਦਰ ਗਤੀਵਿਧੀ ਆਰੰਭ ਕਰ ਦਿੱਤੀ। ਉਦੋਂ ਦੁਰਗਾ ਨੇ ਕਿਹਾ ਕਿ ਜੋਤੀ ਨਿਰੰਜਨ ਮੇਰੇ ਕੋਲ ਪਿਤਾ ਜੀ ਦੀ ਪ੍ਰਦਾਨ ਕੀਤੀ ਹੋਈ ਸ਼ਬਦ ਸ਼ਕਤੀ ਹੈ। ਆਪ ਜਿੰਨੇ ਪ੍ਰਾਣੀ ਕਹੋਗੇ ਮੈਂ ਬਚਨ ਨਾਲ ਉਤਪੰਨ ਕਰ ਦੇਵਾਂਗਾ।